चलो पहचान होगी बिल तो, लेकिन आम जी आवाम है वो कितना पहचानूगी? उन्होंने फार्मेसी करनी पैनी जी, फार्मासिस्ट बनो फिर पता लगता है ना क्वालिटी कितना मेनटेन होंगी है, तो फार्मासिस्ट ਨੂੰ पता है। आम आदमी कई की करते हैं दुकाना खोल के बह गए ने, हायर कर ली कोई दुकान किसी की, सब्जी तो है नहीं ना करियाना है। सच्चाई तो उन्नी की है, उन्होंने दवाइयां बारे कुछ नॉलेज तो है नहीं गी। उन्होंने एक बारी तो सारे चोर बनाता है, ठीक है ना। और लोग हौली हौली उन्होंने को जाके भी परचेज करूगे, पता लग जूगा कौन चोर हैगा कौन नहीं। केस तो बिल्कुल पहुंची, उन्होंने सारिਆਂ ਨੂੰ ਇੱਕੋ ਹੀ वर्ड कहता। कई सही भी होंगे है, कई चलो करते भी होंगे 5-7%, उन्होंने बारे असीं कुछ नहीं बोल सकते, ठीक है ना। पर सारे गलत भी नहीं ना है। रोजाना स्पोक्समैन टीवी ग्राउंड जीरो तो रिपोर्ट दिखाऊगा ਜਿਹੜੀ ਗੁਰੂ ਨਾਨਕ ਮੋਦੀ ਖਾਨੇ ਵੱਲੋਂ ਇੱਕ ਜੈਨਰਿਕ ਤੇ ਐਥੀਕਲ ਦਵਾਈਆਂ ਦੇ ਵਿੱਚ ਜਿਹੜਾ ਚੱਲਿਆ ਹੋਵੇ ਕਿ ਜੈਨਰਿਕ ਦਵਾਈਆਂ ਕਿਹੜੀਆਂ ਹੁੰਦੀਆਂ ਤੇ ਐਥੀਕਲ ਦਵਾਈਆਂ ਕਿਹੜੀਆਂ ਹੁੰਦੀਆਂ। ਅਸੀਂ ਇੱਕ ਲੁਧਿਆਣਾ ਸ਼ਹਿਰ ਦੇ ਗੱਲ ਕਰੀਏ, ਇੱਕ ਮੈਡੀਕਲ ਸਟੋਰ ਦੇ ਵਿੱਚ ਖੜੇ। ਤੁਸੀਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਪਹਿਲੇ ਤਸਵੀਰਾਂ ਜਿਹੜੀਆਂ ਹੈਗੀਆਂ ਦਿਖਾਈਆਂ ਜਾਣ ਕੇ ਮੈਡੀਕਲ ਸਟੋਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੀ ਜਿਹੜੀ ਦਵਾਈਆਂ ਹੈਗੀਆਂ ਰੱਖੀਆਂ ਗਈਆਂ ਵਾ। ਕੋਈ ਵੀ ਵਿਅਕਤੀ ਹੋਊਗਾ ਚਾਹੇ ਮੈਂ ਵੀ ਹੋਵਾਂ, ਮੈਨੂੰ ਵੀ ਨਹੀਂ ਪਤਾ ਲੱਗੂਗਾ ਜੈਨਰਿਕ ਤੇ ਐਥੀਕਲ ਦਵਾਈ 'ਚ ਕਿਹੜੀ ਹੈਗੀ ਹੈ। ਲੇਕਿਨ ਇਹ ਦੋ ਮੈਂ ਪੱਤੇ ਲਿੱਤੇ ਨੇ, ਤੁਸੀਂ ਦੇਖ ਸਕਦੇ ਹੋ। ਓਮੀਪੈਰਾਜ਼ੋਲ ਜਿਹੜਾ ਹੈਗਾ ਕੈਪਸੂਲ ਜਿਹੜਾ ਹੈਗਾ ਆਈਪੀ, ਇਹ ਕਿਹਾ ਜਾਂਦਾ ਹੈ ਕਿ ਜੈਨਰਿਕ ਹੈਗਾ ਵਾ। ਸਾਲ ਤੁਸੀਂ ਦੇਖ ਸਕਦੇ ਹੋ, ਸਾਲ ਦੇ ਹਿਸਾਬ ਦੇ ਨਾਲ ਤੁਹਾਨੂੰ ਪਤਾ ਲੱਗ ਸਕਦਾ ਵਾ। ਤੇ ਲੇਕਿਨ ਓਮੀਪੈਰਾਜ਼ੋਲ ਜਿਹੜਾ ਇੱਕ OC20 ਦਾ ਕੈਪਸੂਲ ਹੈਗਾ, ਇਹ ਹੈਗਾ ਐਥੀਕਲ ਜਿਹੜਾ ਹੈਗਾ ਵਾ। ਜਿਹੜਾ ਬ੍ਰਾਂਡ ਦਾ ਕਿਹਾ ਜਾ ਸਕਦਾ, ਤੁਸੀਂ ਬ੍ਰਾਂਡ ਵੀ ਦੇਖ ਸਕਦੇ ਹੋ। ਲੇਕਿਨ ਕਿਤੇ ਨਾ ਕਿਤੇ ਲੋਕਾਂ ਨੂੰ ਜਿਹੜਾ ਹੈਗਾ ਵਾ ਪਤਾ ਨਹੀਂ ਹੁੰਦਾ। ਲੇਕਿਨ ਸਪੋਕਸਮੈਨ ਟੀਵੀ ਚਾਹੁੰਦਾ ਕਿ ਗਰਾਊਂਡ ਜ਼ੀਰੋ ਰਿਪੋਰਟ ਦਿਖਾਈ ਜਾਵੇ। ਲੇਕਿਨ ਮੈਂ ਤੁਹਾਨੂੰ ਇਹਦਾ ਪ੍ਰਿੰਟ ਵੀ ਦਿਖਾਉਣਾ ਚਾਹੁੰਦਾ। 54 ਰੁਪਏ 60 ਪੈਸੇ ਹੈਗਾ ਬ੍ਰਾਂਡ ਜਿਹੜਾ ਕਿਹਾ ਜਾਂਦਾ, ਬ੍ਰਾਂਡਡ ਦਾ 54 ਰੁਪਏ 60 ਪੈਸੇ ਹੈਗਾ। ਤੇ ਜੈਨਰਿਕ ਦੀ ਗੱਲ ਕਰਾਂ, ਜਿਹੜੀ ਮੈਂ ਇਹਦੇ ਰੇਟ ਦੀ ਗੱਲ ਕੀਤੀ ਜਾਊਗੀ, ਇਹਦਾ ਰੇਟ ਜਿਹੜਾ ਹੈਗਾ ਵਾ ਲਿਖਿਆ ਗਿਆ। ਗੱਲਬਾਤ ਕਰਦੇ ਆ ਜਿਹੜੇ ਦੁਕਾਨ ਦੇ ਓਨਰ ਹੈਗੇ ਨੇ। ਕੀ ਨਾਮ ਹੈ ਜੀ ਆਪਣਾ? ਅਸ਼ੋਕ ਸੈਣੀ। ਸੈਣੀ ਸਾਹਿਬ, ਮੈਂ ਜਿੱਦਾਂ ਇਹ ਗੱਲ ਆ ਫੜਿਆ ਜੀ, ਇਹ ਜੈਨਰਿਕ ਹੈਗਾ ਜਿਹਦੇ ਉੱਤੇ ਲਿਖਿਆ 37 ਰੁਪਏ 46 ਪੈਸੇ। ਇਹ ਕੀ ਕੋਸਟ ਕਰਦਾ? ਇਹ ਆਪਣੀ ਸਾਡੀ ਕੋਸਟ ਜਾਂ ਗਾਹਕ ਨੂੰ ਦੇਣ ਦੀ ਕੋਸਟ 15 ਰੁਪਏ। ਤੇ ਤੁਹਾਡੀ ਕੋਸਟ 10 ਰੁਪਏ। 10 ਰੁਪਏ, ਮਤਲਬ 5 ਰੁਪਏ ਮਾਰਜਨ ਤੁਸੀਂ ਪਰ ਮਾਰਜਨ ਤੁਸੀਂ ਰੱਖ ਕੇ ਦਵਾਈ ਜਿਹੜੀ ਹੈਗੀ ਹੈ ਵੇਚਦੇ ਜੈਨਰਿਕ ਦੇ ਉੱਤੇ 5 ਰੁਪਏ ਮਾਰਜਨ। ਤੇ ਗੱਲ ਕਰਾਂ ਤੇ ਇੱਕ ਆ ਜਿਹੜੀ ਐਥੀਕਲ ਹੈਗੀ ਹੈ ਜਿਹਦਾ ਰੇਟ ਜਿਹੜਾ ਹੈਗਾ ਇਹਦੇ 'ਚ ਲਿਖਿਆ ਗਿਆ 54 ਰੁਪਏ 60 ਪੈਸੇ। ਆ ਕੀ ਪੈਂਦਾ? ਇਹ ਸਰ 18%, 15 ਤੋਂ 18%। 15 ਤੋਂ 18%, ਮਤਲਬ ਗੱਲ ਕਰੀਏ ਤੁਹਾਨੂੰ ਆ ਪੈ ਗਿਆ 45 ਤੋਂ 46 ਰੁਪਏ ਪੈ ਗਿਆ। ਤੇ ਇਹਦੇ ਵਿੱਚ ਤੁਸੀਂ 15 ਤੋਂ 18% ਦਿੰਦੇ ਹੋ ਜਿਹੜਾ। ਹਾਂ, ਲੈਸ ਵੀ ਮੰਗਦਾ ਗਾਹਕ ਆ ਕੇ। ਕਿੰਨੀ? 10% ਲੈਸ ਵੀ ਦੇ ਦਿੱਤੀ ਹੈ। ਅੱਛਾ, ਹਾਂਜੀ, ਸਾਨੂੰ ਤਾਂ 7-8% ਹੀ ਬਚਦਾ। 7-8% ਹਾਂਜੀ। ਲੇਕਿਨ ਮੈਂ ਤਾਂ ਮੈਨੂੰ ਖੁਦ ਨੂੰ ਨਹੀਂ ਪਤਾ ਇਹਦੇ 'ਚ ਫਰਕ ਕੀ ਹੈਗਾ ਵਾ। ਲੇਕਿਨ ਮੈਂ ਤੁਹਾਡੇ ਨਾਲ ਗੱਲ ਕਰਾਂ, ਜਿਹਦਾ ਗਾਹਕ ਜਿਹੜਾ ਹੁੰਦਾ, ਤੁਸੀਂ ਦੁਕਾਨਾਂ ਦੇ ਉੱਤੇ ਆ ਕਿਉਂ ਨਹੀਂ ਲਿਖਿਆ ਹੁੰਦਾ ਕਿ ਜੈਨਰਿਕ ਦਵਾਈ ਜਿਹੜੀ ਹੈਗੀ ਹੈ ਇਹ ਇੱਥੇ ਕਾਊਂਟਰ ਤੇ ਮਿਲਦੀ ਹੈ, ਅਵੇਲੇਬਲ ਹੈਗੀ ਹੈ, ਜੈਨਰਿਕ ਦਵਾਈ ਤੁਸੀਂ ਲੈ ਸਕਦੇ ਹੋ। ਲੋਕਾਂ ਨੂੰ ਅਵੇਅਰਨੈਸ ਕਿਉਂ ਨਹੀਂ ਹੈਗੀ? ਕਿਉਂ ਅੱਜ ਗੁਰੂ ਨਾਨਕ ਮੋਦੀ ਖਾਨਾ ਖੁੱਲ ਕੇ ਮਜਬੂਰ ਹੋ ਗਿਆ ਕਿ ਉਹ ਲੋਕਾਂ ਨੂੰ ਜੈਨਰਿਕ ਦਵਾਈਆਂ ਦੇ ਬਾਰੇ ਨਹੀਂ ਪਤਾ, ਜਿਹੜੇ ਜੈਨਰਿਕ ਦਵਾਈਆਂ ਲੈ ਰਹੇ ਨੇ। ਤੁਸੀਂ ਸਰੇਆਮ ਜੈਨਰਿਕ ਦਵਾਈ ਤੁਸੀਂ, ਮੈਂ ਤੁਹਾਡੇ ਕੋਲ ਪੁੱਛੀ, ਮੈਨੂੰ ਖੁਦ ਨੂੰ ਨਹੀਂ ਪਤਾ ਲੱਗਿਆ, ਤੁਸੀਂ ਮੈਨੂੰ ਦਿੱਤੀ ਹੈ, ਲੇਕਿਨ ਲੋਕਾਂ ਨੂੰ ਅਵੇਅਰਨੈਸ ਕਿਉਂ ਨਹੀਂ ਕਰ ਰਹੇ ਹੋ? ਸਰ, ਜਦੋਂ ਸਾਡੇ ਕੋਲ ਗਾਹਕ ਪਰਚੀ ਲੈ ਕੇ ਆਉਂਦਾ ਨਾ, ਡਾਕਟਰ ਜਿਹੜਾ ਵੀ ਆ ਐਥੀਕਲੀ ਲਿਖਦਾ, ਉਹ ਜੈਨਰਿਕ ਨਹੀਂ ਲਿਖਦਾ, ਠੀਕ ਹੈ। ਇਸ ਲਈ ਅਸੀਂ ਐਥੀਕਲ ਨੂੰ ਐਥੀਕਲ ਦਵਾਈ ਦਿੰਨੇ ਆ। ਜਿਹੜਾ ਕਹਿੰਦਾ ਸਾਨੂੰ ਥੋੜੀ ਸਸਤੀ ਦੇ ਦਿਓ, ਉਹਨੂੰ ਜੈਨਰਿਕ ਦਿੰਨੇ ਆ। ਤੁਸੀਂ ਕਿਉਂ ਨਹੀਂ ਆਪਣੇ ਵੱਲੋਂ ਕਰਦੇ ਹੋ ਕਿ ਮਤਲਬ ਆਹ ਪੱਤਾ ਜਿਹਦਾ ਤੁਸੀਂ ਮੈਨੂੰ ਦਿਖਾਤਾ ਕਿ ਇਹ ਪੱਤੇ 'ਚ ਮੈਨੂੰ ਜਿਹੜੀ ਹੈਗੀ ਹੈ ਸਸਤਾ ਪੈਂਦਾ ਪੱਤਾ ਜਿਹੜਾ ਹੈਗਾ, ਮੈਨੂੰ 10 ਰੁਪਏ ਦਾ ਪੱਤਾ ਘਰੇ ਕੋਸਟ ਕਰਦਾ ਤੇ 15 ਰੁਪਏ ਦਾ ਮੈਂ ਗਾਹਕ ਨੂੰ ਵੇਚਦਾ। ਤੁਸੀਂ ਕਸਟਮਰ ਨੂੰ ਕਿਉਂ ਨਹੀਂ ਦੱਸਦੇ ਹੋ ਕਿ ਜੈਨਰਿਕ ਸਾਡੇ ਕੋਲ ਅਵੇਲੇਬਲ ਹੈਗੀ ਹੈ, ਤੁਸੀਂ ਲੈ ਸਕਦੇ ਹੋ? ਦੱਸਦੇ ਆਈ, ਲੈ ਕੇ ਜਾਂਦੇ ਗਾਹਕ, ਲੈ ਕੇ ਜਾਂਦੇ ਪੱਤਾ ਲੈ ਕੇ ਆਉਂਦੇ, ਸਾਨੂੰ ਆਹੀ ਚਾਹੀਦੀ ਹੈ ਜੀ, ਉਸ ਸਾਈਡ ਨਹੀਂ ਲੈਣੀ, ਅਸੀਂ ਸਸਤੇ ਵਾਲੀ ਲੈਣੀ ਹੈ। ਸਸਤੀ ਵਾਲੀ ਕੀ ਤੁਸੀਂ ਕੀ ਕਹਿੰਦੇ ਹੋ? ਅਸੀਂ ਕੀ ਕਹਿਣਾ, ਗਾਹਕ ਜੋ ਮੰਗਦਾ ਅਸੀਂ ਤਾਂ ਉਹ ਦਿੰਨੇ ਆ। ਜੇ ਐਥੀਕਲੀ ਮੰਗਦਾ ਐਥੀਕਲ ਦਵਾਂਗੇ, ਜੈਨਰਿਕ ਮੰਗਦਾ ਜੈਨਰਿਕ ਦਵਾਂਗੇ। ਮੈਂ ਗੱਲ ਕਰਾਂ ਜਿੱਦਾਂ ਐਥੀਕਲ ਤੇ ਜੈਨਰਿਕ ਦੇ ਵਿੱਚ ਦੀ ਗੱਲ ਕੀਤੀ ਜਾਵੇ ਕਿ ਜੈਨਰਿਕ ਦਵਾਈ ਦਾ ਜਿਹੜਾ ਹੈਗਾ ਵਾ ਸਾਲ ਤਾਂ ਸੇਮ ਹੁੰਦਾ, ਲੇਕਿਨ ਕੀ ਉਹਦੀ ਜਿਹੜੀ ਗੁਣਵੱਤਾ ਹੁੰਦੀ ਘੱਟ ਹੁੰਦੀ ਹੈ? ਨਹੀਂ, ਘੱਟ ਨਹੀਂ ਹੁੰਦੇ, ਉਹ ਤੇ ਖਰਚੇ ਘੱਟ ਪਏ ਹੁੰਦੇ ਆ ਜੀ। ਨਾ ਜਿੱਦਾਂ MR ਦਾ ਖਰਚਾ ਆ, ਠੀਕ ਆ, ਕੰਪਨੀਆਂ ਦੇ ਆਪਣੇ ਖਰਚੇ ਨੇ, ਐਡ ਦਾ ਖਰਚਾ ਆ, ਉਹਦੇ ਕਰਕੇ ਕੰਪਨੀਆਂ ਦੇ ਰੇਟ ਨੇ ਕੋਈ ਅਸੀਂ ਨਹੀਂ ਬਣਾਏ ਹੋਏ, ਸਰਕਾਰਾਂ ਨੇ ਬਣਾਏ ਹੋਏ ਨੇ। ਨਾ ਤਾਂ ਹੋਲਸੇਲਰ ਨੇ ਬਣਾਏ ਨੇ, ਠੀਕ ਹੈ, ਜਿਹੜੀ ਨਾ ਮੈਨੂਫੈਕਚਰ ਨੇ ਬਣਾਈ, ਜਿਹੜੀ MRP ਬਣਾਈ ਸਰਕਾਰ ਨੇ ਬਣਾਈ ਆ, ਸੈਂਟਰ ਗਵਰਨਮੈਂਟ ਨੇ ਬਣਾਈ ਹੈ। ਤੁਸੀਂ ਤੁਹਾਡੇ ਵੱਲੋਂ ਇੱਕ ਰੂਲ ਰੈਗੂਲੇਸ਼ਨ ਹੀ ਹੋ ਸਕਦਾ, ਜਿੱਦਾਂ ਫਰੰਟ ਦੀ ਦੁਕਾਨ ਜਿਹੜੀ ਹੈਗੀ ਤੁਹਾਡਾ ਮਿਰਰ ਲੱਗਾ, ਸ਼ੀਸ਼ਾ ਲੱਗਾ, ਤੁਸੀਂ ਉੱਥੇ ਇੱਕ ਲਿਖ ਨਹੀਂ ਸਕਦੇ ਹੋ ਕਿ ਹਾਂ ਵੀ ਇੱਥੇ ਜੈਨਰਿਕ ਦਵਾਈਆਂ ਵੀ ਅਵੇਲੇਬਲ ਹੈਗੀਆਂ? ਇੱਦਾਂ ਦੀ ਟਰਮ ਐਂਡ ਕੰਡੀਸ਼ਨ ਕਿਉਂ ਨਹੀਂ ਲਿਖੀ ਜਾਂਦੀ? ਉਹ ਜਿੱਥੇ ਕੋ ਜਾਨੋ ਸ਼ੁੱਧੀ ਸੈਂਟਰ ਤੇ ਜੀ ਲੈਬ ਖੁੱਲ ਚੁੱਕੀ ਆ, ਸਿਰਫ ਜੈਨਰਿਕ ਹੈ ਉੱਥੇ, ਐਥੀਕਲੀ ਦਵਾਈ ਨਹੀਂ ਮਿਲਦੀ। ਗਾਹਕ ਜਾਂਦਾ ਉੱਥੋਂ ਲੈ ਕੇ ਆਉਂਦਾ, ਸਾਡੇ ਕੋਲ ਵੀ ਆਉਂਦਾ, ਅਸੀਂ ਵੀ ਜੈਨਰਿਕ ਦਿੰਨੇ ਆ। ਜਿਹੜਾ ਸਸਤਾ ਭਾਲਦਾ ਉਹਨੂੰ ਸਸਤੀ ਮਿਲ ਜਾਂਦੀ ਹੈ। ਹੁਣ ਡਾਕਟਰ ਨੇ ਜਦ ਐਥੀਕਲੀ ਲਿਖਤੀ, ਜੇ ਉਹਨੂੰ ਅਸੀਂ ਦੇਵਾਂਗੇ ਜਾ ਕੇ, ਡਾਕਟਰ ਪਤਾ ਕੀ ਕਹਿਣਾ, ਉਹਨਾਂ ਨਕਲੀ ਦਵਾਈ ਦੇ ਰਿਹਾ ਜੀ। ਉਹਨਾਂ ਜਿੱਦਾਂ
ਬੱਚੇ ਦੀ ਪੈਰਾਸੀਟਾਮੋਲ ਪਈ ਹੋਈ ਹੈ, ਮੈਂ ਗੱਲ ਕਰਾਂ ਇਹ ਪੈਰਾਸੀਟਾਮੋਲ ਜਿਹੜੀ ਮੈਂ ਦਿਖਾਣਾ ਚਾਹੁੰਦਾ ਵਾ, ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀ ਹੈਗੀ ਪੈਰਾਸੀਟਾਮੋਲ ਪੈਟਰਿਕ ਦੀਆਂ ਤਸਵੀਰਾਂ ਹੈਗੀਆਂ, 22 ਰੁਪਏ 17 ਪੈਸੇ ਦਾ ਪ੍ਰਿੰਟ ਹੈਗਾ। ਇਹ ਜੈਨਰਿਕ ਹੈ? ਇਹ ਜੈਨਰਿਕ ਹੈ ਜੀ। ਇਹਦੀ ਤੁਹਾਨੂੰ ਪਛਾਣ ਕਿੱਦਾਂ? ਇਹ ਪਹਿਚਾਣ ਜੈਨਰਿਕ ਹੈ ਜੀ, ਬਸ ਇਹ ਐਥੀਕਲੀ ਤੁਹਾਨੂੰ ਬ੍ਰਾਂਡ ਦੱਸ ਦਿੰਦੇ ਆ। ਦੇਖੋ ਕਰੋਸਿਨ ਬ੍ਰਾਂਡ ਆ, ਹਰ ਬੰਦਾ ਜਾਣਦਾ ਹੈ ਕਿ ਕਰੋਸਿਨ ਆ, ਐਥੀਕਲੀ ਹੈ, ਇਹਦੀ ਐਡ ਵੀ ਆਉਂਦੀ ਹੈ। ਠੀਕ ਹੈ ਜੀ, ਕੰਪਨੀ ਵੀ ਐਡ ਕਰਦੀ ਆ ਤੇ ਅੱਗੇ MR ਵੀ ਐਡ ਕਰਦੇ ਨੇ, ਖਰਚੇ ਪੈਂਦੇ ਨੇ। ਕਰੋਸਿਨ ਬਾਰੇ ਸਭ ਨੂੰ ਪਤਾ ਹੈ ਤੇ ਇਹਦਾ ਅਲਟਰਨੇਟਿਵ ਪੈਰਾਸੀਟਾਮੋਲ ਆ। ਨਹੀਂ ਮੈਂ ਗੱਲ ਤੁਹਾਡੀ ਮੰਨ ਗਿਆ ਕਿ ਅਲਟਰਨੇਟਿਵ ਜਿਹੜਾ ਪੈਰਾਸੀਟਾਮੋਲ ਸਾਲਟ ਹੈਗਾ, ਲੇਕਿਨ ਤੁਸੀਂ ਝੱਟ ਇਹ ਦੋ ਦਵਾਈਆਂ ਦੇ ਵਿੱਚੋਂ ਪਛਾਣ ਲਈਆਂ ਕਿ ਆਹ ਦਵਾਈਆਂ ਜਿਹੜੀਆਂ ਹੈਗੀਆਂ ਇੱਕ ਕੰਪਨੀ ਲਿਖੀ ਹੋਈ ਹੈ ਤੇ ਇੱਕ ਜਿਹੜੀ ਜੈਨਰਿਕ ਹੈ। ਤੁਹਾਨੂੰ ਕਿੱਦਾਂ ਪਤਾ ਲੱਗਾ ਸਰ ਕਿ ਇਹ ਜੈਨਰਿਕ ਦਵਾਈ ਹੈ? ਇਹੀ ਚੀਜ਼ ਜਿਹੜੇ ਲੋਕ ਹੈਗੇ ਨੇ, ਸਾਡੀ ਜਿਹੜੀ ਆਵਾਮ ਹੈਗੀ ਜਾਣਨਾ ਚਾਹੁੰਦੀ ਹੈ। ਦੇਖੋ ਸਾਨੂੰ ਜਿੰਨਾ ਵੀ ਬਿੱਲ ਮਾਲ ਆਉਂਦਾ ਬਿੱਲ ਤੇ ਆਉਂਦਾ ਆ, ਠੀਕ ਹੈ, ਬਿੱਲ ਤੇ ਸਾਨੂੰ ਜੈਨਰਿਕ ਦਾ ਜਿਹੜਾ ਜੈਨਰਿਕ ਦਾ ਰੇਟ ਲੱਗਿਆ ਹੁੰਦਾ ਹੈ, ਐਥੀਕਲ ਰੇਟ ਲੱਗਿਆ ਹੁੰਦਾ। ਨਹੀਂ ਤੁਹਾਨੂੰ ਤਾਂ ਚਲੋ ਪਹਿਚਾਨ ਹੋਗੀ ਬਿੱਲ ਤੋਂ, ਲੇਕਿਨ ਆਮ ਜਿਹੜੀ ਆਵਾਮ ਹੈ ਉਹ ਕਿੱਦਾਂ ਪਹਿਚਾਨੂਗੀ? ਉਹਨਾਂ ਨੂੰ ਫਾਰਮੇਸੀ ਕਰਨੀ ਪੈਣੀ ਜੀ। ਫਾਰਮਾਸਿਸਟ ਬਣੋ ਫਿਰ ਪਤਾ ਲੱਗਦਾ ਹੈ ਨਾ ਕੁਆਲਿਟੀ ਕਿੱਦਾਂ ਮੇਨਟੇਨ ਹੁੰਦੀ ਆ, ਤਾਂ ਫਾਰਮਾਸਿਸਟ ਨੂੰ ਪਤਾ ਆ। ਆਮ ਆਦਮੀ ਕਈ ਕੀ ਕਰਦੇ ਨੇ, ਦੁਕਾਨਾਂ ਖੋਲ ਕੇ ਬਹਿ ਗਏ ਨੇ, ਹਾਇਰ ਕਰ ਲਈ ਕੋਈ ਦੁਕਾਨ ਕਿਸੇ ਦੀ। ਸਬਜ਼ੀ ਤਾਂ ਹੈ ਨਹੀਂ ਨਾ ਕਰਿਆਨਾ ਇਹ ਕਿ ਬੰਦਾ ਵੇਚ ਸਕਦਾ। ਇਹਦੇ ਲਈ ਕੁਆਲੀਫਾਈਡ ਹੋਣਾ ਜ਼ਰੂਰੀ ਆ, ਫਾਰਮਾਸਿਸਟ ਹੋਣਾ ਜ਼ਰੂਰੀ ਆ। ਫਿਰ ਮੈਂ ਗੱਲ ਕਰਾਂ, ਉਹਨੂੰ ਤਾਂ ਦਵਾਈਆਂ ਬਾਰੇ ਕੁਝ ਨਹੀਂ ਪਤਾ। ਬਲਵਿੰਦਰ ਸਿੰਘ ਜੰਡੂ ਨੂੰ ਗੱਲ ਕੀਤੀ ਜਾਵੇ, ਲੇਕਿਨ ਉਹਨੇ ਕੈਮਿਸਟ ਸ਼ਾਪ ਖੋਲਤਾ, ਉੱਥੇ ਸਾਰੀ ਜੈਨਰਿਕ ਦਵਾਈਆਂ ਦੇ ਰਹੇ ਨੇ। ਲੇਕਿਨ ਉਹਨੇ ਸ਼ਾਪ ਖੋਲੀ ਨਹੀਂ ਜੀ, ਉਹਨੇ ਹਾਇਰ ਕੀਤੀ ਹੈ। ਹਾਂਜੀ, ਤੇ ਉਹ ਵੀ ਤਾਂ ਦੇ ਹੀ ਰਿਹਾ ਨਾ, ਕੰਮ ਤਾਂ ਕਰ ਹੀ ਰਿਹਾ ਨਾ ਕਿ ਬੰਦੇ ਰੱਖ ਕੇ। ਦੇਖੋ ਕੰਮ ਕਰਨ ਨੂੰ ਇਹ ਕਰਿਆਨੇ ਦੁਕਾਨੀ ਇਦਾਂ ਕੰਮ ਨਹੀਂ ਹੁੰਦੇ, ਇਦਾਂ ਕੰਮ ਨਹੀਂ ਹੁੰਦੇ। ਤੁਹਾਨੂੰ ਥੋੜੇ ਦਿਨਾਂ ਬਾਅਦ ਪਤਾ ਲੱਗ ਜਾਊਗਾ। ਠੀਕ ਹੈ, ਮੇਨਟੇਨ ਬਹੁਤ ਕੁਝ ਕਰਨਾ ਪੈਂਦਾ, ਬਿੱਲ ਤੇ ਮਾਲ ਲਿਆਉਣਾ ਪੈਂਦਾ, ਬਿੱਲ ਕੱਟਣੇ ਪੈਂਦੇ ਨੇ, ਸਭ ਕੁਝ ਮੇਨਟੇਨ ਕਰਨਾ ਪੈਂਦਾ। ਸਾਡਾ ਇੱਕ ਉਦੇਸ਼ ਹੈ ਗਰਾਊਂਡ ਜ਼ੀਰੋ ਤੋਂ ਅੱਜ ਤਾਂ ਅਸੀਂ ਉਤਰੇ ਹਾਂ ਕਿ ਲੋਕਾਂ ਨੂੰ ਜੈਨਰਿਕ ਤੇ ਐਥੋਪੈਥਿਕ ਜਿਹੜਾ ਹੈਗਾ ਕਿ ਲੋਕ ਜਿਹੜੇ ਹੈਗੇ ਨੇ ਕਨਫਿਊਜ਼ ਰਹਿੰਦੇ ਨੇ, ਉਹ ਲੋਕਾਂ ਦੀ ਕਨਫਿਊਜ਼ਨ ਸੈਣੀ ਸਾਹਿਬ ਕਿੱਦਾਂ ਦੂਰ ਹੋ ਸਕਦੀ ਹੈ? ਕੋਈ ਕਨਫਿਊਜ਼ ਨਹੀਂ ਜੀ, ਕੋਈ ਕਨਫਿਊਜ਼ ਨਹੀਂ। ਜਿਹੜਾ ਗਾਹਕ ਸਸਤੀ ਭਾਲਦਾ ਉਹ ਜਨ ਸ਼ੁੱਧੀ ਸੈਂਟਰ 'ਚ ਜਾਂਦਾ ਜੀ। ਸਾਡੇ ਕੋਲ ਨਹੀਂ ਆ ਸਕਦਾ ਸਸਤੀ? ਸਾਡੇ ਕੋਲ ਆਓ, ਦਿੰਦੇ ਅਸੀਂ ਵੀ ਸਸਤੀ ਦਿੰਦੇ ਆ। ਅਸੀਂ ਜਿਹੜੀ ਲੈਸ ਦਿੰਦੇ ਆ 50%, 60%, 30%, 40% ਇਹਨਾਂ ਦੇ ਦਿੰਦੇ ਆ, ਜੈਨਰਿਕ ਦੇ ਦਿੰਦੇ ਆ। ਐਥੀਕਲ ਥੋੜੇ ਦੇ ਸਕਦੇ ਆਪਾਂ। ਕੋਈ ਵੀ ਕੈਮਿਸਟ ਐਥੀਕਲੀ ਤੇ ਲੈਸ ਨਹੀਂ ਦੇ ਸਕਦਾ। ਐਥੀਕਲ ਤੇ ਲੈਸ ਦਵੋ ਫਿਰ ਪਤਾ ਲੱਗਦਾ ਸੇਵਾ ਕਰ ਰਹੇ ਆ। ਜਿਹੜੀ ਚੀਜ਼ ਸਾਨੂੰ 100 ਰੁਪਏ ਦੀ ਆਈ ਆ, ਅਸੀਂ 50 ਦੀ ਦਿੰਦੇ ਆ ਤਾਂ ਅਸੀਂ ਸੇਵਾ ਕਰ ਰਹੇ ਆ। ਜਿਹੜੀ ਚੀਜ਼ ਸਾਨੂੰ ਆਈ 100 ਰੁਪਏ ਦੀ, 100 ਦੀ ਦੇ ਰਹੀ, ਕਾਹਦੀ ਸੇਵਾ? ਇਹ ਸਰ ਸਾਡੇ ਨਾਲ ਕਈ ਕੈਮਿਸਟ ਸ਼ਾਪ ਜਿੱਦਾਂ ਸੀਗੇ ਮੌਜੂਦ ਹੈਗੇ ਜਿਨ੍ਹਾਂ ਦੱਸਿਆ ਐਥੀਕਲ ਤੇ ਜੈਨਰਿਕ ਦੇ ਵਿੱਚ ਦੱਸਿਆ ਸੀਗਾ, ਲੇਕਿਨ ਆ ਵੀ ਸਹੀ ਤਰ੍ਹਾਂ ਦੱਸ ਨਹੀਂ ਪਾਏ ਲੋਕ ਕਿੱਦਾਂ ਸਮਝਣ ਕਿ ਜੈਨਰਿਕ ਕਿਹੜੀ ਦਵਾਈ ਹੈ ਤੇ ਐਥੀਕਲ ਕਿਹੜੀ ਦਵਾਈ ਹੈ। ਲੇਕਿਨ ਆ ਮੇਰੇ ਸਾਹਮਣੇ ਦੋ ਪੱਤੇ ਜਿਹੜੇ ਪਏ ਸੀਗੇ, ਤੁਹਾਨੂੰ ਮੈਂ ਦੱਸਿਆ, ਮੈਨੂੰ ਤਾਂ ਪਤਾ ਲੱਗ ਗਿਆ ਕਿ ਇਹ ਜੈਨਰਿਕ ਹੈਗੀ ਹੈ ਤੇ ਇਹ ਐਥੀਕਲ ਦਵਾਈ ਹੈਗੀ, ਮੈਨੂੰ ਤਾਂ ਪਤਾ ਲੱਗ ਗਿਆ। ਲੇਕਿਨ ਮੈਨੂੰ ਕਈ ਜਿਹੜੇ ਐਸੇ ਸਾਲਟ ਹੈਗੇ ਨੇ ਜਿਹੜੇ ਮੈਨੂੰ ਨਹੀਂ ਪਤਾ ਹੈਗੇ, ਇਹਨਾਂ ਨੇ ਫੌਰਨ ਹੀ ਪਹਿਚਾਣ ਲਿਆ ਕਿ ਇਹ ਜੈਨਰਿਕ ਹੈਗੀ ਪੈਰਾਸੀਟਾਮੋਲ, ਤੇ ਜਿਹੜੀ ਆ ਹੈਗੀ ਹੈ ਤੁਸੀਂ ਦੇਖ ਰਹੇ ਹੋ ਕਰੋਸਿਨ ਜਿਹੜੀ ਹੈਗੀ ਹੈ ਇਹ ਐਥੀਕਲ ਹੈਗੀ ਹੈ। ਹੁਣ ਆਮ ਜਿਹੜੀ ਲੋਕ ਜਿਹੜੇ ਹੈਗੇ ਨੇ, ਗਰੀਬ ਤਬਕੇ ਦੇ ਲੋਕ ਹੈਗੇ ਨੇ, ਉਹ ਕਿੱਦਾਂ ਪਹਿਚਾਨਣਗੇ? ਅਸੀਂ ਹੋਰ ਵੀ ਕੈਮਿਸਟ ਸ਼ੋਪ ਵਾਲਿਆਂ ਨਾਲ ਗੱਲ ਕਰਾਂਗੇ ਕਿ ਲੋਕਾਂ ਨੂੰ ਕਿਸ ਤਰ੍ਹਾਂ ਪਤਾ ਲੱਗ ਸਕੇ, ਲੋਕ ਕਿੱਦਾਂ ਅਵੇਅਰਨੈਸ ਹੋ ਸਕਣ। ਚਲੋ ਅਸੀਂ ਆ ਨਹੀਂ ਕਹਿੰਦੇ ਸਾਰਾ ਦਾ ਕੰਮ ਧੰਦਾ ਹੈਗਾ, ਕਰਨਾ ਦਾ ਫਰਜ਼ ਹੈਗਾ, ਲੇਕਿਨ ਕਿਤੇ ਨਾ ਕਿਤੇ ਜਿਹੜੀ ਆਵਾਮ ਹੈਗੀ ਆ ਉਹਨੂੰ ਵੀ ਸਹੀ ਦਿਸ਼ਾ 'ਚ ਲੈ ਕੇ ਜਾਣਾ ਕੈਮਿਸਟ ਸ਼ੋਪ ਵਾਲੇ ਜਾਂ ਡਾਕਟਰਾਂ ਦਾ ਰਾਈਟਸ ਹੈਗਾ। ਉਹਨਾਂ ਨੂੰ ਚਾਹੀਦਾ ਕਿ ਸਭ ਇਹਨਾਂ ਨੂੰ ਜਿਹੜਾ ਆਵਾਮ ਹੈਗੀ ਇਹਨਾਂ ਨੂੰ ਕਿਤੇ ਨਾ ਕਿਤੇ ਸਹੀ ਤਰ੍ਹਾਂ ਗਾਈਡ ਕੀਤਾ ਜਾਵੇ ਤਾਂ ਕਿ ਇਹ ਜੈਨਰਿਕ ਤੇ ਐਥੋਪੈਥਿਕ ਜਿਹੜਾ ਹੈਗਾ ਵਾ ਸਹੀ ਡਿਫਰੈਂਸ ਜਾਣ ਸਕਣ। ਚੱਲਦੇ ਆ ਹੋਰ ਕੈਮਿਸਟ ਵਾਲਿਆਂ ਕੋਲ। ਜਿਸ ਤਰ੍ਹਾਂ ਅਸੀਂ ਤੁਹਾਨੂੰ ਪਿੱਛੇ ਇੱਕ ਮੈਡੀਕਲ ਸਟੋਰ ਦਿਖਾਇਆ ਸਪੋਕਸਮੈਨ ਟੀਵੀ, ਉਹ ਜ਼ਮੀਨੀ ਸਤਰ ਤੇ ਜ਼ੀਰੋ ਗਰਾਊਂਡ ਤੋਂ ਰਿਪੋਰਟ ਦੇਖਦਾ ਪਿਆ ਵਾ। ਅਸੀਂ ਇੱਕ ਹੋਰ ਕੈਮਿਸਟ ਸ਼ੋਪ ਦੇ ਵਿੱਚ ਆਏ ਆ, ਮੌਜੂਦ ਹੈਗੇ ਆ। ਸਰ ਜਿਹੜਾ ਇੱਕ ਗੁਰੂ ਨਾਨਕ ਮੋਦੀ ਖਾਨਾ ਖੁੱਲਿਆ ਵਾ, ਉੱਤੇ ਕਿਹਾ ਜਾਂਦਾ ਕਿ ਜੈਨਰਿਕ ਦਵਾਈ ਜਿਹੜੀ ਹੈਗੀ ਹੈ ਬਹੁਤ ਹੀ ਘੱਟ ਰੇਟ ਤੇ ਮਿਲਦੀ ਹੈ ਤੇ ਐਥੀਕਲ ਜਿਹੜੀ ਹੈਗੀ ਹੈ ਉੱਤੇ ਜਿਹੜੀ ਲੈਸ ਹੈਗੀ ਹੈ, ਦੁਕਾਨਦਾਰ ਜਿਹੜੇ ਜੈਨਰਿਕ ਤੇ ਐਥੀਕਲ ਦੇ ਵਿੱਚ ਹੇਰ-ਫੇਰ ਕਰਦੇ ਨੇ। ਉਸ ਤੋਂ ਬਾਅਦ ਦੁਕਾਨਦਾਰ ਆਪਣੇ ਦੁਕਾਨ ਦੇ ਬਾਹਰ ਇੱਕ ਬੋਰਡ ਨਹੀਂ ਲਾਉਂਦੇ ਕਿ ਇੱਥੇ ਜੈਨਰਿਕ ਦਵਾਈ ਅਵੇਲੇਬਲ ਹੈ। ਸਾਨੂੰ ਦੱਸੋਗੇ, ਸਾਡੇ ਜਿਹੜੇ ਦਰਸ਼ਕ ਉਹ ਜਾਣਨਾ ਚਾਹੁੰਦੇ ਨੇ ਕਿ ਕਿੰਨੀ ਕੁ ਸੱਚਾਈ ਹੈ ਤੱਥਾਂ ਦੇ ਵਿੱਚ? ਨਹੀਂ ਸੱਚਾਈ ਤਾਂ ਉਨੀ ਕੀ ਆ, ਉਹਨਾਂ ਨੂੰ ਦਵਾਈਆਂ ਬਾਰੇ ਕੁਝ ਨੌਲੇਜ ਤਾਂ ਹੈ ਨਹੀਂ ਗੀ, ਠੀਕ ਹੈ ਨਾ। ਤੇ ਉਹ ਜੋ ਰੇਟ ਦੱਸ ਰਿਹਾ ਪ੍ਰਿੰਟ ਤੇ ਅਸੀਂ ਕਦੀ ਵੇਚੀ ਨਹੀਂ ਗੀ ਦਵਾਈ। ਜਿੱਦਾਂ ਓਮਨੀ ਜੈਲ ਵਗੈਰਾ ਦਾ 32 ਰੁਪਏ ਕਹਿੰਦੇ ਸਾਨੂੰ ਪੈ ਰਹੀ, 103 ਪ੍ਰਿੰਟ 50 ਤੋਂ ਉੱਤੇ ਕਦੀ ਅਸੀਂ ਵੀ ਨਹੀਂ ਵੇਚੀ, ਠੀਕ ਹੈ ਨਾ। ਉਹਨਾਂ ਕੀ ਮਾਰਜਨ ਸਾਡਾ ਹੈ, ਅਸੀਂ ਹੁਣ ਦੁਕਾਨ ਦੇ ਖਰਚੇ ਵੀ ਕੱਢਣੇ ਆ, ਆਪਣੇ ਖਰਚੇ ਵੀ ਕੱਢਣੇ ਆ, ਠੀਕ ਹੈ ਨਾ। ਤੇ ਸਾਨੂੰ ਫੰਡ ਤਾਂ ਆਣੇ ਨਹੀਂ ਕਿਤੋਂ, ਅਸੀਂ ਤਾਂ ਆਪ ਹੀ ਕਰਨਾ ਸਾਰਾ ਕੁਝ, ਠੀਕ ਹੈ ਨਾ। ਇਹ ਹਿਸਾਬ ਹੈ ਸਾਡਾ। ਨਹੀਂ ਮੈਂ ਗੱਲ ਕਰਾਂ, ਹੁਣ ਮੈਂ ਦੁਕਾਨ ਦੇ ਅੰਦਰ ਤੁਹਾਡੀ ਆ ਸਕਦਾ ਤੇ ਮੈਂ ਚਾਹੁੰਦਾ ਹਾਂ ਕਿ ਜਿਹੜੇ ਦਰਸ਼ਕ ਹੈਗੇ ਉਹ ਜਾਣਨ ਕਿ ਪੈਰਾਸੀਟਾਮੋਲ ਮੈਨੂੰ ਐਥੀਕਲ ਦੇ ਵਿੱਚ ਤੇ ਇੱਕ ਜੈਨਰਿਕ ਦੇ ਵਿੱਚ ਦਿਖਾ ਸਕਦੇ ਹੋ? ਮੈਨੂੰ ਪੈਰਾਸੀਟਾਮੋਲ ਦਿਖਾਈਓ ਜਿਹੜੀ ਹੈਗੀ ਹੈ ਜੈਨਰਿਕ ਤੇ ਐਥੀਕਲ ਵਿੱਚ, ਮੈਨੂੰ ਦੋ ਜਿਹੜੀ ਪੈਰਾਸੀਟਾਮੋਲ ਆ ਦਿਖਾਓਗੇ। ਇਹ ਕਿਹੜੀ ਹੈ? ਇਹ ਸਟੈਂਡਰਡ ਤੇ ਹੈ ਜੀ, ਐਥੀਕਲ ਤੇ। ਅੱਛਾ ਜੀ, ਕਾਲਬੋਲ ਗਲੈਕਸੋ ਦੀ ਹੈ। ਕਾਲਬੋਲ ਗਲੈਕਸੋ ਕੰਪਨੀ ਹੈ, ਐਥੀਕਲ ਹੈ ਤੇ ਜੈਨਰਿਕ ਭਾਜੀ
ਤੁਸੀਂ ਇਹਦਾ ਰੇਟ ਜਿਹੜਾ ਹੈਗਾ ਦੇਖ ਸਕਦੇ ਹੋ, ਐਥੀਕਲ ਹੈ, ਰੇਟ ਹੈਗਾ 14 ਰੁਪਏ 69 ਪੈਸੇ। ਹਾਂ ਠੀਕ ਇਹ ਹੈ। 12-13 ਰੁਪਏ ਦਾ ਪੱਤਾ ਸਾਨੂੰ ਆਉਂਦਾ। ਤੇ ਜਿਹੜੀ ਜੈਨਰਿਕ ਹੈ ਉਹ ਦਿਖਾਉਂਗੇ। ਇਹ ਜਿਹੜੀ ਹੈਗੀ ਹੈ ਜੈਨਰਿਕ ਹੈ, ਇਹਦਾ ਰੇਟ ਹੈਗਾ 9 ਰੁਪਏ 95 ਪੈਸੇ। ਭਾਜੀ ਮੈਂ ਗੱਲ ਕਰਾਂ ਜੈਨਰਿਕ ਕੀ ਰੇਟ ਪੈਂਦੀ ਹੋਊਗੀ ਇਹਦੀ? ਇਹ ਜੈਨਰਿਕ ਜਿਹੜੀ ਪੈਰਾਸੀਟਾਮੋਲ ਆਪਾਂ ਨੂੰ 6 ਰੁਪਏ ਦੀ ਪੈਂਦੀ ਹੈ। ਠੀਕ ਹੈ ਨਾ, 9 ਰੁਪਏ ਦੀ। ਰਾਤ ਨੂੰ 9 ਰੁਪਏ ਦੀ। ਹਾਂਜੀ 3 ਰੁਪਏ 9 ਰੁਪਏ 96 ਪੈਸੇ 95 ਪੈਸੇ ਛੱਡ ਦਿਓ ਸੀ। ਹਾਂ ਤੇ ਐਥੀਕਲ ਦੀ ਗੱਲ ਕਰਾਂ, ਐਥੀਕਲ ਦੀ 12-13 ਰੁਪਏ ਦੀ ਆਉਂਦੀ ਭਾਜੀ, 14-15 ਰੁਪਏ ਦੀ ਵਿਕਦੀ ਹੈ। 14 ਰੁਪਏ 69 ਪੈਸੇ ਰੇਟ ਹੈ। ਹਾਂ ਹਾਂ 14 ਰੁਪਏ ਦੀ ਵਿਕਦੀ ਹੈ। ਅੱਛਾ ਜੀ। ਹਾਂ ਤੇ ਇਹਦੇ ਚ ਗਾਹਕ ਨੂੰ ਕਿੱਦਾਂ ਤੁਸੀਂ ਸਮਝਾਉਂਦੇ ਹੋ ਕਿ ਇਹ ਜੈਨਰਿਕ ਹੈ ਤੇ ਐਥੀਕਲ ਹੈ? ਅੱਜ ਕੱਲ ਲੋਕ ਸਿਆਣੇ ਆ, ਸਾਰਿਆਂ ਨੂੰ ਪਤਾ ਹੀ ਆ ਲਗਭਗ। ਠੀਕ ਹੈ ਨਾ, ਜੇ ਬਾਕੀ ਦੱਸਦੀ ਦਾ ਆਪਣੇ ਵੱਲੋਂ ਵੀ ਆਹ ਡਿਫਰੈਂਸ ਹੈ। ਜੇ ਕਿਸੇ ਨੇ ਸਸਤੀ ਲੈਣੀ ਹੋਵੇ ਜੈਨਰਿਕ ਦੇ ਦਿੱਤੀ ਅਸੀਂ। ਠੀਕ ਹੈ ਨਾ, ਬਾਕੀ ਥੋੜਾ ਬਹੁਤਾ ਰਿਜ਼ਲਟ ਦਾ ਵੀ ਫਰਕ ਹੁੰਦਾ, ਲੋਕਾਂ ਨੂੰ ਪਤਾ ਹੀ ਅੱਜ ਕੱਲ ਸਾਰਾ। ਨਹੀਂ ਜਿੱਦਾਂ ਮੈਂ ਗੱਲ ਕਰਾਂ, ਮੈਨੂੰ ਨਹੀਂ ਪਤਾ ਇਹਨਾਂ ਦੋਨਾਂ ਦੇ ਵਿੱਚ ਜੈਨਰਿਕ ਤੇ ਐਥੀਕਲ, ਮੈਨੂੰ ਨਹੀਂ ਪਤਾ। ਮੈਂ ਜਿੱਦਾਂ ਇੱਕ ਵੈਸੇ ਗੱਲ ਕਰ ਰਿਹਾ ਵਾਂ, ਤੁਸੀਂ ਮੈਡੀਕਲ ਦਾ ਕੰਮ ਕਰੋ, ਤੁਸੀਂ ਫੌਰਨ ਪਹਿਚਾਣ ਲਈ ਇਹ ਚੀਜ਼ ਆਪ ਹੈ। ਲੇਕਿਨ ਜਿੱਦਾਂ ਲੋਕ ਜਿਹੜੇ ਪਹਿਚਾਨਣਾ ਚਾਹੁੰਦੇ ਉਹ ਕਿੱਦਾਂ ਪਹਿਚਾਨ ਸਕਦੇ ਆ ਦੋਨਾਂ ਦੇ ਵਿੱਚ? ਨਹੀਂ ਡਿਫਰੈਂਸ ਇਦਾਂ ਦੇਖ ਕੇ ਤਾਂ ਕੁਝ ਨਹੀਂ ਪਤਾ ਲੱਗਦਾ, ਜਿਹੜਾ ਕੰਮ ਕਰਦਾ ਉਹਨੂੰ ਹੀ ਪਤਾ ਹੁੰਦਾ ਹੈ। ਠੀਕ ਹੈ ਨਾ, ਹੁਣ ਜਿੰਦੂ ਸਾਹਿਬ ਨੇ 4 ਦਵਾਈਆਂ ਦੇਖ ਲਿਆ ਵੀ ਇਹਦੇ 'ਚ ਡਿਫਰੈਂਸ ਹੈਗਾ ਹੈ, ਪਰ ਜਦੋਂ ਕੰਮ ਕਰੂਗੇ ਸਟੈਂਡਰਡ ਦਵਾਈ ਵੀ ਵੇਚੂਗੇ ਉਹਨਾਂ ਨੂੰ ਪਤਾ ਲੱਗ ਜੂਗਾ 20% ਲੈਸ ਸਾਨੂੰ ਹੋ ਕੇ ਆਉਂਦਾ ਸਟੈਂਡਰਡ 'ਚੋਂ। ਠੀਕ ਹੈ ਨਾ, 10% ਅਸੀਂ ਕਸਟਮਰ ਨੂੰ ਛੱਡ ਦਿੰਦੇ, 10% ਪਿੱਛੇ ਬਚਦਾ ਸਾਡੇ ਲਈ, ਉਹਦੇ 'ਚੋਂ ਹੀ ਅਸੀਂ ਸਾਰਾ ਕੁਝ ਦੇਖਣਾ ਹੁੰਦਾ ਹੈ ਆਪਣਾ। ਨਹੀਂ ਵੱਡੇ ਭਾਜੀ, ਮੈਂ ਤੁਹਾਡੇ ਇੱਕ ਗੱਲ ਪੁੱਛਣਾ ਚਾਹੁੰਦਾ, ਥੋੜੀ ਜੀ ਮੈਂ ਵੀ ਕਨਫਿਊਜ਼ਨ ਆਪਣੀ ਦੂਰ ਕਰਨਾ ਚਾਹੁੰਦਾ। ਜੈਨਰਿਕ ਤੇ ਐਥੀਕਲ ਫਰਕ ਕੀ ਹੁੰਦਾ, ਕਿੱਦਾਂ ਪਤਾ ਚੱਲ ਸਕਦਾ? ਅਗਰ ਮੈਂ ਇੱਕ ਟੈਬਲੇਟ ਲੈਣ ਜਾਣੀ ਤੇ ਮੈਨੂੰ ਕਿੱਦਾਂ ਪਤਾ ਲੱਗੂਗਾ ਕਿ ਇਹ ਜੈਨਰਿਕ ਹੈ ਐਥੀਕਲ ਹੈ? ਮੈਂ ਉੱਥੇ ਫੌਰਨ ਨੂੰ ਕਹਿ ਸਕਦਾ ਤੂੰ ਮੈਨੂੰ ਜੈਨਰਿਕ ਦਵਾਈ ਦੇ ਰਿਹਾ। ਨਹੀਂ ਦੇਖ ਕੇ ਕੁਝ ਨਹੀਂ ਪਤਾ ਲੱਗਣਾ ਤੁਹਾਨੂੰ। ਜਿਹੜੀ ਸਟੈਂਡਰਡ ਮੈਡੀਸਿਨ ਹੁੰਦੀ ਹੈ, ਇਹਨਾਂ ਦੇ ਆਪਣੇ ਰਿਸਰਚ ਪ੍ਰੋਡਕਟ ਵਗੈਰਾ ਹੁੰਦੇ, ਉੱਤੇ ਖਰਚਾ ਪੈਂਦਾ ਹੈ। ਕੋਈ ਛੋਟੀ ਸੀ ਪ੍ਰੋਡਕਟ ਹੁੰਦੇ ਉੱਤੇ ਐਡ ਦਾ ਖਰਚਾ ਪੈਂਦਾ ਹੈ, ਉਹ ਤਾਂ ਮਹਿੰਗੇ ਹੁੰਦੇ ਆ। ਨਹੀਂ ਤੁਹਾਨੂੰ ਗੱਲ ਕੀਤੀ ਹੈ ਬਿੱਲਾਂ ਤੋਂ ਹੀ ਪਤਾ ਲੱਗਦਾ ਜੈਨਰਿਕ ਹੈ ਤੇ ਐਥੀਕਲ ਹੈ? ਨਹੀਂ ਉਹ ਤਾਂ ਐਕਸਪੀਰੀਅੰਸ ਹੁੰਦਾ ਹੈ, ਦਵਾਈ ਦਾ ਪਤਾ ਲੱਗ ਜਾਂਦਾ, ਕੰਮ ਕਰਦਿਆਂ ਨੂੰ ਕਾਫੀ ਟਾਈਮ ਹੋ ਗਿਆ ਹੁਣ। ਠੀਕ ਹੈ ਨਾ, ਇਦਾਂ ਜੇ ਤੁਸੀਂ ਡਿਫਰੈਂਸ ਦੇਖੋ ਸਾਹਮਣੇ ਰੱਖ ਕੇ ਤੇ ਆਮ ਬੰਦੇ ਨੂੰ ਨਹੀਂ ਪਤਾ ਲੱਗ ਸਕਦਾ ਇਹਦਾ। ਤੇ ਜਿਥਰੋਮਾਈਸਿਨ ਹੈਗੀ ਤੁਹਾਡੇ ਕੋਲ? ਜਿੱਦਾਂ ਮੈਂ ਜੈਨਰਿਕ ਤੇ ਐਥੀਕਲ ਵਿੱਚ ਗੱਲ ਕਰਾਂ, ਜਿਥਰੋਮਾਈਸਿਨ ਦਿਖਾ ਸਕਦੇ? ਇਹ ਮਤਲਬ ਕੰਪਨੀ ਹੈ? ਇਹ ਨਹੀਂ, ਇਹ ਵੀ ਜੈਨਰਿਕ ਹੀ ਹੈ। ਇਹ ਵੀ ਜੈਨਰਿਕ ਹੈ। ਜਿਥਰੋਸਿਨ ਟੈਬਲੇਟ ਹੈ, ਦੇਖ ਸਕਦੇ ਹੋ ਜੈਨਰਿਕ ਹੈ। ਤੇ ਇਹਦੇ ਚ ਬ੍ਰਾਂਡ ਇਹ ਜੈਨਰਿਕ ਨਹੀਂ, ਸਿਪਲਾ ਕੰਪਨੀ ਹੈ। ਜੈਨਰਿਕ ਹੈ, ਜੈਨਰਿਕ ਹੈ। ਜੈਨਰਿਕ ਇਹਦੇ ਚ ਡਿਵੀਜ਼ਨ ਕਈ ਹੁੰਦੀਆਂ ਨੇ, ਸਿਪਲਾ ਦੀ ਐਥੀਕਲ ਡਿਵੀਜ਼ਨ ਵੀ ਆਉਂਦੀ ਹੈ, ਜੈਨਰਿਕ ਵੀ ਆਉਂਦੀ ਹੈ, ਜੈਨਰਿਕ ਡਿਵੀਜ਼ਨ ਦੀ ਹੈ। ਡਿਵੀਜ਼ਨਾਂ ਕਈ ਹੁੰਦੀਆਂ ਨੇ, ਕੰਪਨੀ ਉਹੀ ਹੁੰਦੀ ਹੈ। ਓਕੇ, ਇਹ ਹਿਸਾਬ ਹੁੰਦਾ ਇਹਦਾ। ਮੈਂ ਗੱਲ ਕਰਾਂ 70 ਰੁਪਏ ਪ੍ਰਿੰਟ ਹੈ। ਹਾਂਜੀ, ਕੀ ਕੋਸਟ ਇਹਦੀ 35 ਤੋਂ 40 ਰੁਪਏ ਦੇ ਵਿੱਚ ਹੁੰਦੀ ਹੈ ਆਪਣੀ। ਮਤਲਬ ਉਹੀ ਗੱਲ ਆ ਗਈ, ਲੈਸਿੰਗ ਜਿਹੜੀ ਹੈਗੀ ਹੈ ਜਦੋਂ ਗੱਲ ਕਰਦੇ ਤਾਂ ਉਹ ਗੱਲ ਕੀਤੀ ਸੀ। ਉਨੀ ਲੈਸ ਵੀ ਨਹੀਂ ਹੈਗੀ ਕਿਸੇ ਪ੍ਰੋਡਕਟ ਤੇ, ਹੈਗੀ ਵੀ ਉਹਨਾਂ ਨੇ 4 ਪ੍ਰੋਡਕਟ ਚੱਕ ਲਏ ਵੀ ਜਿਹਦੇ ਤੇ ਜ਼ਿਆਦਾ ਲੈਸ ਸੀਗੀ, ਉਹਨਾਂ ਨੇ ਦੱਸਤਾ ਲੋਕਾਂ ਨੂੰ। ਹੁਣ ਲੋਕੀ ਉਹਨਾਂ ਕੋਲ ਜਾਊਗੇ, ਪਰਚੇਜ਼ ਕਰੂਗੇ, ਉਹਨਾਂ ਨੂੰ ਆਪੇ ਫਰਕ ਪਤਾ ਲੱਗ ਜਾਣਾ ਥੋੜੇ ਟਾਈਮ ਤੱਕ। ਠੀਕ ਹੈ ਨਾ, ਮੈਂ ਗੱਲ ਕਰਾਂ ਕੋਲਗੇਟ ਕਾਲਗੇਟ ਦੀ ਗੱਲ ਕਰਾਂ, ਉਹਦੇ ਵਿੱਚ ਤਾਂ ਲੈਸ ਤਾਂ ਨਹੀਂ ਹੈਗਾ? ਜਿੱਦਾਂ ਬ੍ਰਾਂਡ ਜਿੱਦਾਂ ਕੋਲਗੇਟ ਹੋ ਗਿਆ, ਹੋਰ ਚੀਜ਼ਾਂ ਹੋ ਗਈਆਂ। ਨਹੀਂ ਕੋਲਗੇਟ ਵਗੈਰਾ ਚੋਂ 5 ਤੋਂ 10% ਸਾਨੂੰ ਲੈਸ ਹੋ ਕੇ ਆਉਂਦਾ ਹੈ। ਠੀਕ ਹੈ ਨਾ, ਉਹ ਉੱਪਰਲੇ 1-2 ਰੁਪਏ ਛੱਡ ਕੇ ਸੇਲ ਹੁੰਦੀ ਹੈ। ਜਿੱਦਾਂ ਲੈਕਟੋਜਨ ਵਗੈਰਾ ਆਉਂਦੇ, ਇਹਨਾਂ ਚੋਂ 300 ਦੇ ਮਗਰ 20 ਰੁਪਏ ਲੈਸ ਹੋ ਕੇ ਸਾਨੂੰ ਆਉਂਦੇ ਆ, 10 ਰੁਪਏ ਅਸੀਂ ਕਸਟਮਰ ਨੂੰ ਛੱਡ ਦਿੰਦੇ ਆ। ਠੀਕ ਹੈ ਨਾ, ਹੁਣ ਲੋਕਾਂ ਨੂੰ ਇਹ ਵਹਿਮ ਪੈ ਗਿਆ ਵੀ ਸ਼ਾਇਦ ਸਾਰੀਆਂ ਦਵਾਈਆਂ 'ਚੋਂ ਇੰਨਾ ਲੈਸ ਹੈ। ਲੇਕਿਨ ਮੈਂ ਗੱਲ ਕਰਾਂ ਸਿਰਫ ਇਹਦੇ ਵਾਸਤੇ ਜਿਹੜਾ ਕੈਮਿਸਟ ਸ਼ੋਪ ਜਿਹੜਾ ਕਰਦਾ ਹੈ, ਡਰੱਗ ਸਟੋਰ ਜਿਹਦਾ ਆਪਣਾ ਹੈਗਾ, ਉਹਨੂੰ ਹੀ ਪਤਾ ਕਿ ਜੈਨਰਿਕ ਤੇ ਐਥੀਕਲ ਵਿੱਚ ਫਰਕ ਕੀ ਹੈਗਾ। ਲੇਕਿਨ ਆਮ ਪਬਲਿਕ ਨੂੰ ਨਹੀਂ ਪਤਾ ਲੱਗ ਸਕਦਾ। ਆਮ ਪਬਲਿਕ ਨੂੰ ਅਵੇਅਰਨੈਸ ਵਾਸਤੇ ਕੀ ਕਰਨਾ ਚਾਹੀਦਾ, ਕੀ ਕਹਿਣਾ ਚਾਹੀਦਾ? ਜਿੱਦਾਂ ਡਰੱਗ ਸਟੋਰ ਤੋਂ ਕੋਈ ਦਵਾਈ ਲੈਣ ਜਾ ਰਿਹਾ, ਕੀ ਕਵੇ ਉੱਥੇ ਜਿੱਦਾਂ ਜੈਨਰਿਕ ਲੈਣੀ ਹੋਵੇ ਉਹਨੇ? ਨਹੀਂ ਉਹ ਤਾਂ ਅਸੀਂ ਆਪ ਹੀ ਗਾਈਡ ਕਰ ਦਿੰਦੇ ਹਾਂ ਨਾ, ਵੀ ਜੇ ਕਿਸੇ ਨੇ ਸਸਤੀ ਲੈਣੀ ਹੋਵੇ ਅਸੀਂ ਜੈਨਰਿਕ ਮੈਡੀਸਿਨ ਦੇ ਦਿੰਦੇ ਹਾਂ, ਉੱਤੇ 50% ਲੈਸ ਹੋ ਜਾਂਦਾ ਹੈ। ਉਹਨਾਂ ਕ ਅਸੀਂ ਵੀ ਕਰ ਦਿੰਦੇ ਹਾਂ 50% ਤੱਕ ਲੈਸ ਜੈਨਰਿਕ ਮੈਡੀਸਿਨ ਤੇ ਅਸੀਂ ਕਰ ਦਿੰਦੇ ਹਾਂ। ਠੀਕ ਹੈ ਨਾ, ਵੱਡਾ ਜਿਹੜਾ ਲਫ਼ਜ਼ ਬੋਲਤਾ ਸੀਗਾ ਸਾਰੇ ਕੈਮਿਸਟ ਵਾਲਿਆਂ ਨੂੰ, ਫਿਰ ਉਹ ਕਿਉਂ ਬੋਲਤਾ? ਹਾਂ ਉਹਨਾਂ ਨੇ ਇੱਕ ਵਾਰੀ ਤਾਂ ਸਾਰਿਆਂ ਨੂੰ ਚੋਰ ਬਣਾਤਾ ਹੈ। ਠੀਕ ਹੈ ਨਾ, ਹੁਣ ਲੋਕੀ ਹੌਲੀ ਹੌਲੀ ਉਹਨਾਂ ਕੋਲ ਜਾ ਕੇ ਵੀ ਪਰਚੇਜ਼ ਕਰੂਗੇ, ਪਤਾ ਲੱਗ ਜਾਊਗਾ ਕੌਣ ਚੋਰ ਹੈਗਾ ਕੌਣ ਨਹੀਂ। ਠੀਕ ਹੈ ਨਾ, ਮਨ ਤੇ ਕਿੰਨੀ ਕੁ ਠੇਸ ਜਿਹੜੀ ਪਹੁੰਚੀ ਸੀ ਆ ਜਿਹੜਾ ਉਹਨਾਂ ਨੇ ਇੱਕ ਵਰਡ ਜਿਹੜਾ ਬੋਲਿਆ ਸੀ ਉਸ ਤੋਂ ਬਾਅਦ? ਨਹੀਂ ਠੇਸ ਤਾਂ ਬਿਲਕੁਲ ਪਹੁੰਚੀ, ਉਹਨਾਂ ਨੇ ਸਾਰਿਆਂ ਨੂੰ ਇੱਕੋ ਹੀ ਵਰਡ ਕਹਿਤਾ। ਕਈ ਸਹੀ ਵੀ ਹੁੰਦੇ ਆ, ਕਈ ਚਲੋ ਕਰਦੇ ਵੀ ਹੋਣਗੇ 5-7%, ਉਹਨਾਂ ਬਾਰੇ ਅਸੀਂ ਕੁਝ ਨਹੀਂ ਬੋਲ ਸਕਦੇ। ਠੀਕ ਹੈ ਨਾ, ਪਰ ਸਾਰੇ ਗਲਤ ਵੀ ਨਹੀਂ ਨਾ ਹੈਗੇ।
ਤੁਸੀਂ ਦੇਖਿਆ ਕਿ ਅਸੀਂ ਇੱਕ ਹੋਰ ਦੁਕਾਨ ਦੇ ਵਿੱਚ ਮੌਜੂਦ ਸੀ ਜਿਨ੍ਹਾਂ ਨੇ ਸਾਨੂੰ ਜੈਨਰਿਕ ਐਥੀਕਲ 'ਚ ਜਿਹੜਾ ਦਿਖਾਈ ਦਵਾਈਆਂ ਦਿਖਾਈਆਂ, ਲੇਕਿਨ ਇਹਨਾਂ ਦਾ ਸਾਫ਼ ਕਹਿਣਾ ਸੀਗਾ ਕਿ ਗਾਹਕ ਨੂੰ ਜਿਹੜਾ ਹੈਗਾ ਅਸੀਂ ਆਪ ਹੀ ਸਮਝਾਉਂਦੇ ਹਾਂ, ਲੇਕਿਨ ਅਸੀਂ ਕੋਸ਼ਿਸ਼ ਕੀਤੀ ਸੀਗੀ ਕਿ ਸਾਨੂੰ ਵੀ ਸਮਝਾਇਆ ਜਾਵੇ ਕਿ ਐਥੀਕਲ ਤੇ ਜੈਨਰਿਕ ਫਰਕ ਕੀ ਹੁੰਦਾ, ਕਿ ਅਸੀਂ ਕੱਲ ਨੂੰ ਦਵਾਈ ਲੈਣ ਜਾਈਏ ਤੇ ਸਾਨੂੰ ਕਿੱਦਾਂ ਪਤਾ ਚੱਲੇਗਾ। ਲੇਕਿਨ ਅਸੀਂ ਉੱਥੇ ਚੱਲਦੇ ਹਾਂ ਜਿਹੜੀ ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਦੇ ਤਹਿਤ ਇੱਕ ਦੁਕਾਨ ਹੈਗੀ ਹੈ ਜਿੱਥੇ ਪ੍ਰਧਾਨ ਮੰਤਰੀ ਨੇ ਸਾਹਿਬ ਨੇ ਆਪਣਾ ਡ੍ਰੀਮ ਪ੍ਰੋਜੈਕਟ ਸੀਗਾ ਖੋਲ੍ਹਿਆ ਸੀ। ਉਹ ਦੁਕਾਨ 'ਤੇ ਜਾ ਕੇ ਪੁੱਛਦੇ ਹਾਂ ਕੀ ਰੇਟ ਜੈਨਰਿਕ ਦਵਾਈਆਂ ਜਿਹੜੀ ਹੈਗੀਆਂ ਉੱਥੇ ਅਵੇਲੇਬਲ ਹੈਗੀਆਂ। ਚੱਲਦੀਆਂ ਉਹ ਦੁਕਾਨ ਵਿੱਚ, ਪਿੱਛੇ 2 ਮੈਡੀਕਲ ਸਟੋਰਾਂ ਤੇ ਲੈ ਕੇ ਗਏ ਆ। ਉਸ ਤੋਂ ਬਾਅਦ ਅਸੀਂ ਪ੍ਰਧਾਨ ਮੰਤਰੀ ਦਾ ਜਿਹੜਾ ਡ੍ਰੀਮ ਪ੍ਰੋਜੈਕਟ ਸੀਗਾ, ਤੁਸੀਂ ਦੇਖ ਸਕਦੇ ਹੋ ਭਾਰਤੀ ਜਨ ਔਸ਼ਧੀ ਯੋਜਨਾ ਦੇ ਤਹਿਤ ਜਿਹੜਾ ਇੱਕ ਡਰੱਗ ਸਟੋਰ ਹੈਗਾ ਉੱਥੇ ਅਸੀਂ ਮੌਜੂਦ ਹੈਗੇ। ਗੱਲਬਾਤ ਵੀ ਕਰਦੇ ਆ, ਜਿਹੜੇ ਇਹਨਾਂ ਦੇ ਓਨਰ ਹੈਗੇ ਨੇ, ਗੱਲਬਾਤ ਕਰਾਂਗੇ ਆਪਾਂ। ਭਾਜੀ ਇਹ ਪ੍ਰਧਾਨ ਮੰਤਰੀ ਦਾ ਕਿਹੜਾ ਡ੍ਰੀਮ ਪ੍ਰੋਜੈਕਟ ਹੈ ਜਿਹਦੇ ਤਹਿਤ ਇਹ ਦੁਕਾਨ ਜਿਹੜੀ ਸੀਗੀ ਖੋਲੀ ਗਈ ਸੀ? ਕਿਹੜਾ ਕਿਹੜਾ ਇੱਥੇ ਮਾਲ ਜਿਹੜਾ ਹੈਗਾ ਗੱਲ ਕੀਤੀ ਜਾਵੇ ਅਵੇਲੇਬਲ ਹੈਗਾ? ਸਭ ਤੋਂ ਪਹਿਲਾਂ ਰੋਜ਼ਾਨਾ ਸਪੋਕਸਮੈਨ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪ੍ਰੋਜੈਕਟ ਸ਼ੁਰੂ ਕੀਤਾ ਹੈ ਕਿਉਂਕਿ ਅੱਜ ਜੋ ਗਰੀਬ ਇਲਾਜ ਪੱਖੋਂ ਮਰ ਰਿਹਾ, ਦਵਾਈਆਂ ਬਹੁਤ ਮਹਿੰਗੀਆਂ ਨੇ, ਠੀਕ ਹੈ, ਉਹ ਮਿਲ ਨਹੀਂ ਰਹੀਆਂ। ਉਹਨਾਂ ਨੇ ਬਹੁਤ ਘੱਟ ਰੇਟਾਂ ਤੇ ਇਹ ਦਵਾਈਆਂ ਲਾਂਚ ਕੀਤੀਆਂ ਨੇ ਔਰ ਹੁਣ ਮੈਜੋਰਟੀ ਦੇ ਵਿੱਚ ਦਵਾਈਆਂ ਸਾਡੇ ਕੋਲ ਸਾਰੀਆਂ ਅਵੇਲੇਬਲ ਨੇ। ਗੱਲ ਕੀਤਾ ਮੈਂ ਸਾਨੂੰ ਦਿਖਾ ਸਕਦੇ ਹੋ ਪੈਰਾਸੀਟਾਮੋਲ ਦੀ ਗੱਲ ਕਰੀਏ, ਪੈਰਾਸੀਟਾਮੋਲ ਜੈਨਰਿਕ ਦੇ ਵਿੱਚ ਦੇਖਣਾ ਚਾਹਣਗੇ, ਤੁਹਾਡੇ ਕੋਲ ਐਲੋਪੈਥਿਕ ਤਾਂ ਨਹੀਂ ਹੁੰਦੀਆਂ ਨਾ ਮਤਲਬ ਦਵਾਈ? ਸਾਰੀਆਂ ਦਵਾਈਆਂ ਐਲੋਪੈਥੀ ਹੀ ਹੁੰਦੀਆਂ ਨੇ ਜੀ। ਪੈਰਾਸੀਟਾਮੋਲ ਦਾ ਪੱਤਾ ਸਿਰਫ 5 ਰੁਪਏ ਦਾ ਹੈ ਔਰ ਇਸ ਤੇ ਪ੍ਰਿੰਟ ਵੀ ਤੁਸੀਂ ਦੇਖ ਸਕਦੇ ਹੋ ਕਿ 5 ਰੁਪਏ ਹੀ ਹੈ। ਪ੍ਰਿੰਟ ਰੇਟ ਸੀਗਾ ਪਿਛਲੀ ਦੁਕਾਨ ਤੇ ਦਿਖਾਇਆ ਸੀ ਪੈਰਾਸੀਟਾਮੋਲ ਦਾ 13 ਰੁਪਏ ਤੋਂ 14 ਰੁਪਏ ਰੇਟ ਦਿਖਾਇਆ ਸੀਗਾ ਤੇ ਇੱਕ 9 ਰੁਪਏ ਦਾ ਜੈਨਰਿਕ ਦਿਖਾਇਆ ਸੀਗਾ। ਲੇਕਿਨ ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ ਦੀ ਗੱਲ ਕਰਾਂ, ਰੇਟ ਜਿਹੜਾ ਹੈਗਾ ਇਹਦੇ 'ਚ 5 ਰੁਪਏ ਲਿਖਿਆ ਤੇ 5 ਰੁਪਏ ਦਾ ਹੀ ਸੇਲ ਕਰਦੇ ਹੋ? ਹਾਂਜੀ, 5 ਰੁਪਏ ਦਾ ਹੀ ਸੇਲ ਕਰਨਾ ਹੈ। ਕਈ ਜੈਨਰਿਕ ਮੈਡੀਸਨ ਬਾਜ਼ਾਰ ਦੇ ਵਿੱਚ ਤੁਸੀਂ ਦੇਖੀਆਂ ਹੋਣਗੀਆਂ ਜੇ ਤੁਸੀਂ ਆਲਰੇਡੀ ਮੈਡੀਕਲ ਤੇ ਜਾ ਕੇ ਆਏ ਹੋ ਕਿ ਇੱਕ ਜਿਵੇਂ ਜਿੰਦੂ ਜੀ ਨੇ ਕਿਹਾ ਹੈ ਆਲਰੇਡੀ ਵੀ ਪ੍ਰਿੰਟ ਰੇਟ ਬਹੁਤ ਵੱਧ ਹੁੰਦਾ ਹੈ। ਉਹਦੇ 'ਚ ਕੀ ਹੁੰਦਾ ਹੈ, ਕਈ ਬਦਮਾਸ਼ੀ ਕਰ ਜਾਂਦੇ ਨੇ, ਜਿਵੇਂ ਕਿ ਚੀਜ਼ ਮੈਂ ਇੱਥੇ ਪ੍ਰਿੰਟ 25 ਰੁਪਏ ਹੋਵੇ, ਮੇਰੇ ਮਨ ਦੇ ਵਿੱਚ ਲਾਲਚ ਆ ਗਿਆ ਜਾਂ ਬੇਈਮਾਨੀ ਆ ਗਈ, ਮੈਂ ਕਿਸੇ ਨੂੰ 20 ਰੁਪਏ ਦਾ ਠੋਕ ਦਿੱਤਾ ਜੀ, ਠੀਕ ਹੈ। ਲੇਕਿਨ ਪ੍ਰਧਾਨ ਮੰਤਰੀ ਜੀ ਨੇ ਇਹ ਗੱਲ ਕਹੀ ਹੈ ਕਿ ਤੁਸੀਂ MRP ਹੀ ਘੱਟ ਰੱਖੇ ਹੋਏ ਨੇ, MRP ਤੇ ਹੀ ਵੇਚਣਾ, ਇਹਦੇ 'ਚ ਕੋਈ ਬਦਮਾਸ਼ੀ ਨਹੀਂ ਕਰ ਸਕਦਾ। ਜਿਥਰੋਮਾਈਸਿਨ ਦੀ ਗੱਲ ਕਰਾਂ ਉਹ ਹੈਗੀ ਅਵੇਲੇਬਲ? ਹਾਂਜੀ, ਤੁਸੀਂ ਤਸਵੀਰਾਂ ਜਿਹੜੀਆਂ ਹੈਗੀਆਂ ਮੈਂ ਤੁਹਾਨੂੰ ਦਿਖਾ ਰਿਹਾ ਵਾਂ, ਰੋਜ਼ਾਨਾ ਸਪੋਕਸਮੈਨ ਟੀਵੀ ਤੇ ਤੁਸੀਂ ਦੇਖ ਰਹੇ ਹੋ। ਇਹ ਤੇ ਜਿਥਰੋਮਾਈਸਿਨ ਤੇ ਰੇਟ ਜਿਹੜਾ ਲਿਖਿਆ ਮੈਂ ਸਹਿਯੋਗੀ ਨੂੰ ਕਹੂੰਗਾ 42 ਰੁਪਏ, ਪੜ੍ਹ ਸਕਦੇ ਨੇ 42 ਰੁਪਏ ਰੇਟ ਹੈਗਾ ਭਾਜੀ। ਅਰੇ ਤੇ ਇਹ ਜਿਥਰੋਮਾਈਸਿਨ 250 ਵੀ ਹੈ, ਸਾਡੇ ਕੋਲ 40 ਰੁਪਏ ਦੀਆਂ 10 ਗੋਲੀਆਂ ਨੇ ਜਿਹੜੀਆਂ ਕਿਤੇ ਮਾਰਕੀਟ ਦੇ ਵਿੱਚ ਅਵੇਲੇਬਲ ਨਹੀਂ ਹੋਏਗੀਆਂ। ਅਗਰ ਆਪਾਂ ਗੱਲ ਕਰੀਏ ਇਹਦੇ ਸਾਰੇ ਕੁਆਲਿਟੀ ਟੈਸਟ ਵਧੀਆ ਵੈਲ ਅਪਰੂਵਡ ਹੈ। ਉਸ ਤੋਂ ਇਲਾਵਾ ਇਹ ਬਿਊਰੋ ਫਾਰਮਾ ਆਫ ਇੰਡੀਆ ਤੋਂ ਅਪਰੂਵਡ ਨੇ ਪ੍ਰੋਡਕਟ ਤੇ ਕੋਈ ਸੈਂਪਲ ਅੱਜ ਤੱਕ ਫੇਲ ਨਹੀਂ ਹੋਇਆ। ਈਵਨ ਕਿ ਤੁਸੀਂ ਮਾਰਕੀਟ ਦੇਖਦੇ ਹੋ ਅਗਰ ਕੋਈ ਡਰਗ ਇੰਸਪੈਕਟਰ ਸੈਂਪਲ ਮਤਲਬ ਸੈਂਪਲ ਭਰਦੇ ਨੇ, ਸੈਂਪਲ ਬਹੁਤ ਦਵਾਈਆਂ ਦੇ ਫੇਲ ਵੀ ਹੋ ਜਾਂਦੇ ਨੇ, ਈਵਨ ਬ੍ਰਾਂਡਡ ਦਵਾਈਆਂ ਦੇ ਵੀ ਸੈਂਪਲ ਫੇਲ ਹੋ ਜਾਂਦੇ ਨੇ, ਪਰ ਆਪਣਾ ਕੋਈ ਸੈਂਪਲ ਫੇਲ ਨਹੀਂ ਹੋਇਆ। ਫੁੱਲ ਕੁਆਲਿਟੀ ਪ੍ਰੋਡਕਟ ਨੇ ਇਹ। ਨਹੀਂ ਹੁਣ ਜਿੱਦਾਂ ਦੇ ਤੇ 42 ਰੁਪਏ ਲਿਖਿਆ, 42 ਰੁਪਏ ਦੀ ਸਿਰਫ 3 ਗੋਲੀਆਂ? ਹਾਂਜੀ, ਇਹ ਮੋਲੀਕਿਊਲ ਹੀ ਮਹਿੰਗਾ, ਇਹ ਮੋਲੀਕਿਊਲ ਹੀ ਮਹਿੰਗਾ। ਇਹਦੀ ਅਗਰ ਤੁਸੀਂ ਨੈਟ ਤੇ ਸਰਚ ਕਰੋ ਜਿਥਰੋਮਾਈਸਿਨ, ਬ੍ਰਾਂਡ ਬੜੇ ਆਉਣਗੇ, ਜਿਥਰਾਲ ਆਏਗਾ, ਆਈਜੀ ਫਾਸਟ ਆਏਗਾ, ਉਹ 33 ਰੁਪਏ ਦੀ ਇੱਕ ਟੇਬਲੇਟ ਹੈ ਜੇ ਅਸੀਂ 42 ਰੁਪਏ ਦੀਆਂ 3 ਗੋਲੀਆਂ ਦੇ ਰਹੇ ਹਾਂ। ਜੈਨਰਿਕ ਦੀ ਮੇਰੇ ਨਾਲ ਪਿੱਛੇ ਹੁਣ ਇੱਕ ਮੈਡੀਕਲ ਸਟੋਰ ਵਾਲੇ ਜੈਨਰਿਕ ਦੀ ਇੱਕ ਮੈਨੂੰ ਦਿਖਾਈ ਹੈ, ਸਿਪਲਾ ਕੰਪਨੀ ਜੈਨਰਿਕ ਵਿੱਚ ਦਿਖਾਈ ਸੀਗੀ, ਜਿਥਰੋਮਾਈਸਿਨ ਲਿੱਤੀ, ਉਹਦਾ ਰੇਟ ਜਿਹੜਾ ਸੀਗਾ ਉਹਦਾ ਰੇਟ ਹੀ ਮਾਤਰ 13 ਰੁਪਏ ਸੀਗਾ। ਉਹ ਫਿਰ ਜਿਥਰੋਮਾਈਸਿਨ 500 ਕੋਈ 13 ਰੁਪਏ MRP ਦਾ ਪਤਾ ਹੈ ਹੀ ਨਹੀਂ ਕੋਈ ਮਾਰਕੀਟ ਦੇ ਵਿੱਚ, ਕੋਈ ਮਾਰਕੀਟ ਨਹੀਂ। अब मैं ਤੁਹਾਨੂੰ ਦਿਖਾ ਰਿਹਾ ਨਾ, ਆ ਦੇਖੋ ਜਿਥਰੋਮਾਈਸਿਨ 250 ਹੈ, 250 ਦਾ ਪਤਾ, 10 ਗੋਲੀਆਂ ਦਾ ਪਤਾ ਹੈ, ਵੈਸੇ ਨੋਰਮਲ 6 ਗੋਲੀਆਂ ਦਾ ਪਤਾ ਹੁੰਦਾ, ਆਪਣਾ 10 ਗੋਲੀਆਂ ਦਾ ਪਤਾ 40 ਰੁਪਏ MRP ਹੈ। ਆ ਦਰਸ਼ਕਾਂ ਨੂੰ ਦਿਖਾ ਸਕਦਾ, ਜਨ ਔਸ਼ਧੀ ਦੀਆਂ ਦਵਾਈਆਂ ਆਲਰੇਡੀ ਬਹੁਤ ਕਾਫੀ ਟਾਈਮ ਤੋਂ ਚੱਲ ਰਹੀਆਂ ਨੇ, 2-2.5 ਸਾਲ ਤੋਂ ਇਹ ਪ੍ਰੋਜੈਕਟ ਚੱਲ ਰਿਹਾ ਔਰ ਮਿਨੀਮਮ ਜਿਹੜੀਆਂ ਬੇਸਿਕ ਰਿਕੁਆਇਰਮੈਂਟਸ ਨੇ ਉਹ ਤਾਂ ਸਾਰੀਆਂ ਮੈਡੀਸਨ ਅਵੇਲੇਬਲ ਹੈ। ਉਸ ਤੋਂ ਇਲਾਵਾ ਵੈਰੀ ਸੂਨ ਬਹੁਤ ਜ਼ਿਆਦਾ ਕੈਂਸਰ ਜਾਂ ਰੀਨਲ ਪ੍ਰੋਡਕਟ ਜਾਂ ਲੀਵਰ ਦੇ ਬਹੁਤ ਜ਼ਿਆਦਾ ਸਾਰੇ ਪ੍ਰੋਡਕਟ ਉਹ ਵੀ ਆ ਜਾਣਗੇ ਸਾਰੇ। ਨਹੀਂ ਹੁਣ ਗੱਲ ਕੀਤੀ ਜਾਵੇ ਜਿੱਦਾਂ ਹੁਣ ਜਿਹੜੇ ਜੈਨਰਿਕ ਦੇ ਵਿੱਚ ਫਰਕ ਦੇਖਦੇ ਨੇ ਲੋਕਾਂ ਨੂੰ ਨਹੀਂ ਪਤਾ। ਜਿੰਦੂ ਜੀ ਵੱਲੋਂ, ਬਲਵਿੰਦਰ ਸਿੰਘ ਜਿੰਦੂ ਜੀ ਵੱਲੋਂ ਇੱਕ ਉਪਰਾਲਾ ਕੀਤਾ ਗਿਆ, ਗੁਰੂ ਨਾਨਕ ਮੋਦੀ ਖਾਨਾ ਖੋਲ੍ਹਿਆ ਗਿਆ, ਉਸ ਤੋਂ ਬਾਅਦ ਲੋਕ ਜਿਹੜੇ ਨੇ ਅਵੇਅਰਨੈਸ ਹੋਣੇ ਸ਼ੁਰੂ ਹੋ ਗਏ ਨੇ। ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਲੋਕ ਹੈਗੇ ਨੇ ਸੂਬੇ ਦੇ ਗੱਲ ਕਰਾਂ, ਸੂਬੇ ਦੀ ਤਾਂ ਭਾਰਤ ਦੀ ਪੂਰੀ ਦੀ ਗੱਲ ਕਰਾਂ, ਲੋਕ ਜੈਨਰਿਕ ਤੇ ਇੱਥੋਂ ਬੈਠ ਕੇ ਫਰਕ ਕਿੱਦਾਂ ਪਾ ਸਕਦੇ ਨੇ ਯਾਰ? ਇਹ ਲੋਕਾਂ ਨੇ ਜੀ ਹੁਣ ਅਵੇਅਰਨੈਸ ਮਿਲੀ ਹੈ, ਜਿਹੜਾ ਜਿੰਦੂ ਜੀ ਨੇ ਉਪਰਾਲਾ ਕੀਤਾ ਬਹੁਤ ਵਧੀਆ ਕੀਤਾ ਸੀ, ਬਟ ਆਲਰੇਡੀ ਪ੍ਰਧਾਨ ਮੰਤਰੀ ਮੋਦੀ ਜੀ ਨੇ ਵੀ ਕਿਹਾ ਕਿ ਸੇਮ ਸਾਲਟ ਹੁੰਦੇ ਨੇ, 42,000 ਕਰੋੜ ਦੀਆਂ ਦਵਾਈਆਂ ਇੰਡੀਆ ਦੇ ਵਿੱਚੋਂ ਅਸੀਂ ਬਾਹਰਲੇ ਦੇਸ਼ ਨੂੰ ਐਕਸਪੋਰਟ ਕਰਦੇ ਹਾਂ ਤੇ ਫਿਰ ਆਪਣੇ ਲੋਕ ਇੱਕ ਕਿਉਂ ਨਹੀਂ ਯੂਜ਼ ਕਰਦੇ। ਮੈਂ ਤਾਂ ਹਰੇਕ ਲੋਕਾਂ ਨੂੰ ਗੁਜ਼ਾਰਿਸ਼ ਕਰਦਾ ਕਿ ਵੱਧ ਤੋਂ ਵੱਧ ਇਹੀ ਮੈਡੀਸਨ ਯੂਜ਼ ਕਰੋ ਤਾਂ ਕਿ ਤੁਹਾਨੂੰ ਸਸਤੇ ਰੇਟਾਂ ਤੇ ਮਿਲਦੀਆਂ ਨੇ ਜਿਹੜੀਆਂ। ਨਹੀਂ ਜਿੱਦਾਂ ਆਪਾਂ ਜਨ ਔਸ਼ਧੀ ਕੇਂਦਰ 'ਚ ਹਿਮਾਲਿਆ ਦੀ ਬ੍ਰਾਂਡ ਰੱਖ ਸਕਦੇ ਹਾਂ ਆਪਾਂ, ਇਹ ਭਾਰਤੀ ਜਨ ਔਸ਼ਧੀ ਦੇ ਹਿਸਾਬ ਦੇ ਨਾਲ ਹੀ ਹੁੰਦਾ ਆ ਵੀ? ਇਹ ਨਹੀਂ, ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੀ ਐਡ ਹੁੰਦੀ ਹੈ ਜੀ,
ਜਿਹੜੀ ਚੀਜ਼ ਦੀ ਐਡ ਆਉਂਦੀ ਹੈ ਤੁਹਾਨੂੰ ਪਤਾ ਹੈ ਹੁਣ ਐਥੀਕਲ ਪ੍ਰੋਡਕਟ ਕਿਉਂ ਬਣਦਾ? ਐਥੀਕਲ ਪ੍ਰੋਡਕਟ ਇਹੀ ਬਣਦਾ ਕਿ ਚੀਜ਼ ਇਹੀ ਹੁੰਦੀ ਹੈ ਉਹ ਤੇ ਐਮਆਈਡੀ ਦਾ ਰਿਪਰੈਜ਼ੈਂਟੇਟਿਵ ਰੱਖਿਆ ਜਾਂਦਾ ਹੈ। ਮੈਂ ਕਿਹਾ ਭਾਰਤੀ ਜਨਸ਼ੋਧੀ 'ਚ ਜਿੱਦਾਂ ਇਹਨੂੰ ਅਪਰੂਵਲ ਹੈਗੀ ਰੱਖਣ ਦੀ, ਕਿ ਉਹਨਾਂ ਦੇ ਆਪਣੇ ਇੱਕ ਕਿਹਾ ਜਾਂਦਾ ਕਿ ਜਨਸ਼ੋਧੀ ਦੇ ਆਪਣੇ ਇੱਕ ਬ੍ਰਾਂਡਸ ਹੈਗੇ ਨੇ, ਉਹੀ ਰੱਖਣ ਦੀ ਅਪਰੂਵਲ ਹੁੰਦੀ ਆ? ਨਹੀਂ, ਇਹ ਜਿਹੜੀਆਂ ਨੇ ਇਹ ਆਯੁਰਵੈਦਿਕ ਮੈਡੀਸਨ ਨੇ, ਸਾਨੂੰ ਆਯੁਰਵੈਦਿਕ ਹੋਮਿਓਪੈਥੀ ਮੈਡੀਸਨ ਰੱਖਣ ਦੀ ਪੂਰੀ ਅਪਰੂਵਲ ਹੈ। ਔਰ ਕੋਸਮੈਟਿਕ ਜਾਂ ਜਿਹੜੀਆਂ ਚੀਜ਼ ਦੀ ਐਡ ਆਉਂਦੀਆਂ ਨੇ ਰਨਿੰਗ ਐਡਮ, ਉਹ OTC ਪ੍ਰੋਡਕਟ ਉਹ ਵੀ ਰੱਖਣ ਦੀ ਪੂਰੀ ਪਰਮਿਸ਼ਨ ਹੈ। ਨਹੀਂ, ਹੁਣ ਲੋਕ ਕਿੱਦਾਂ ਜਾਣ ਸਕਦੇ ਨੇ? ਮੈਨੂੰ ਛੋਟਾ ਜਿਹਾ ਸਵਾਲ ਆ ਮੇਰਾ। ਪਿੱਛੇ ਤਾਂ ਮੈਂ ਪੁੱਛਿਆ ਸੀਗਾ, ਕਹਿੰਦੇ ਅਸੀਂ ਵੀ ਫਾਰਮੇਸੀ ਕੀਤੀ ਹੋਈ ਹੈ, ਸਾਨੂੰ ਪਤਾ ਜੈਨਰਿਕ ਤੇ ਐਲੋਪੈਥਿਕ ਸਾਨੂੰ ਪਤਾ, ਅਸੀਂ ਪਛਾਣ ਸਕਦੇ ਹਾਂ। ਲੇਕਿਨ ਜਿੱਦਾਂ ਹੁਣ ਭਾਈ ਸਾਹਿਬ ਦਵਾਈ ਲੈਣ ਆਏ ਨੇ, ਇਹਨਾਂ ਨੇ ਜੈਨਰਿਕ ਮੰਗਣੀ ਹੈ, ਇਹਨਾਂ ਨੂੰ ਨਹੀਂ ਪਤਾ ਉੱਤੇ ਰੇਟ ਜ਼ਿਆਦਾ ਵਾ। ਹੁਣ ਤੁਸੀਂ ਜਿੱਦਾਂ ਗੱਲ ਕੀਤੀ ਹੈ, ਕਈ ਜਿਹੜੇ ਹੈਗੇ 5-7 ਬੰਦੇ ਜਿਹੜੇ ਹੈਗੇ ਰੇਟ ਜ਼ਿਆਦਾ ਲਾ ਦਿੰਦੇ ਨੇ ਜੈਨਰਿਕ ਦੇ ਵਿੱਚ, ਜਿੱਦਾਂ ਤੁਸੀਂ ਗੱਲ ਕਰ ਰਹੇ ਹੋ, ਕਿ ਉਹ ਆਹ ਭਾਈ ਸਾਹਿਬ ਕਿੱਦਾਂ ਪਛਾਣਨਗੇ ਕਿ ਇਹ ਜੈਨਰਿਕ ਦਵਾਈ ਹੈ? ਇਹਦਾ ਕੀ ਪਛਾਣ ਕੀ ਹੋ ਸਕਦੀ ਹੈ? ਜਿਹੜੇ ਜਨ ਔਸ਼ਧੀ ਕੇਂਦਰ ਤੇ ਤੁਸੀਂ ਮਰਜ਼ੀ ਚਲੇ ਜਾਓ, ਤੁਹਾਨੂੰ ਜੈਨਰਿਕ ਮੈਡੀਸਨ ਹੀ ਮਿਲਣੀ ਹੈ ਔਰ ਉਸ ਤੇ MRP ਹੀ ਘੱਟ ਲਿਖਿਆ ਹੋਣਾ ਹੈ। ਕੋਈ ਬਦਮਾਸ਼ੀ ਕਰ ਹੀ ਨਹੀਂ ਸਕਦਾ। ਮੈਂ ਇਸ ਜਨਸ਼ੋਧੀ ਕੇਂਦਰ ਦੀ ਗੱਲ ਨਹੀਂ ਕਰ ਰਿਹਾ, ਮੈਂ ਜਿੱਦਾਂ ਬਾਕੀ ਰਿਟੇਲਰਾਂ ਦੀ ਗੱਲ ਕਰ ਰਿਹਾ, ਉੱਥੇ ਕਿੱਦਾਂ ਪਛਾਣਿਆ ਜਾਵੇ? ਉੱਥੇ ਜੀ ਪਛਾਣ ਆਮ ਬੰਦੇ ਨੂੰ ਪਛਾਣਨਾ ਬਹੁਤ ਔਖਾ ਹੈ, ਆਮ ਬੰਦੇ ਨੂੰ ਨਹੀਂ। ਤੁਸੀਂ ਅੱਜ ਤੋਂ ਰਿਪੋਰਟਿੰਗ ਕਰਦੇ ਹੋ, ਮੈਂ ਤੁਹਾਨੂੰ ਸਵਾਲ ਪੁੱਛਦਾ ਵੀ ਤੁਹਾਨੂੰ ਤੁਸੀਂ ਪਤਾ ਹਫਤਾ ਤੋਂ ਪਹਿਲਾਂ ਤੁਹਾਨੂੰ ਪਤਾ ਸੀ ਕਿ ਤੁਸੀਂ ਜਰਨਲ ਮੈਡੀਸਨ ਲੈ ਰਹੇ ਹੋ, ਘਰ ਦੇ ਵਿੱਚ ਤੁਸੀਂ ਵੀ ਦਵਾਈ ਲੈਂਦੇ ਹੋਗੇ ਮੈਡੀਕਲਾਂ ਤੋਂ, ਤੁਹਾਨੂੰ ਅੱਜ ਤੱਕ ਕਿਸੇ ਨੇ ਦੱਸਿਆ ਕਿ ਇਹ ਜਰਨਲ ਹੈ ਜਾਂ ਇਹ ਬ੍ਰਾਂਡਡ ਹੈ ਤੁਸੀਂ ਲੈ ਰਹੇ ਹੋ? ਨਹੀਂ, ਮੈਨੂੰ ਤਾਂ ਨੌਲੇਜ ਹੈਗੀ, ਮੈਨੂੰ ਤਾਂ 2 ਸਾਲ ਤੋਂ ਪਤਾ ਕਿ ਜੈਨਰਿਕ ਤੇ ਐਲੋਪੈਥਿਕ ਵਿੱਚ ਮੈਨੂੰ ਫਰਕ ਪਤਾ ਸੀਗਾ, ਲੇਕਿਨ ਲੋਕ ਅਵੇਅਰਨੈਸ ਨਹੀਂ ਸੀਗੇ। ਸਾਡਾ ਮਕਸਦ ਹੈ ਲੋਕਾਂ ਨੂੰ ਅਵੇਅਰਨੈਸ ਕਰਾਉਣਾ। ਬਿਲਕੁਲ ਬਿਲਕੁਲ, ਤੁਸੀਂ ਬਹੁਤ ਵਧੀਆ ਇਹ ਜਿਹੜਾ ਤੁਸੀਂ ਵੀ ਕਰ ਰਹੇ ਹੋ, ਮੈਂ ਤੁਹਾਡੀ ਵੀ ਐਪਰੀਸ਼ੀਏਸ਼ਨ ਕਰਦਾ ਵੀ ਜੋ ਤੁਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਹੋ। ਹਰੇਕ ਲੋਕ ਨੂੰ ਅਵੇਅਰ ਹੋਣਾ ਚਾਹੀਦਾ, ਪਤਾ ਹੋਣਾ ਚਾਹੀਦਾ ਵੀ ਜੈਨਰਿਕ ਕਿਹੜੀ ਹੈ, ਐਥੀਕਲ ਕਿਹੜੀ ਹੈ। ਸਾਡੇ ਕੋਲ ਸਾਰੀਆਂ ਜੈਨਰਿਕ ਨੇ ਔਰ ਜੈਨਰਿਕ ਔਰ ਐਥੀਕਲ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ, ਸਿਰਫ ਪ੍ਰਮੋਸ਼ਨ ਦਾ ਫਰਕ ਹੁੰਦਾ, ਉਹਦੇ ਖਰਚੇ ਪੈਂਦੇ ਨੇ, ਇਹਦੇ ਵਿੱਚ ਇੰਨੇ ਜ਼ਿਆਦਾ ਖਰਚੇ ਨਹੀਂ ਹੁੰਦਾ, ਤਾਂ ਕਰਕੇ ਪੇਸ਼ੈਂਟ ਨੂੰ ਸਸਤੀ ਮਿਲਦੀ ਹੈ। ਵੱਡੇ ਭਾਜੀ ਇੱਕ ਸਵਾਲ ਮੇਰਾ ਦੁਬਾਰਾ ਰਿਪੀਟਡ ਹੀ ਹੈ, ਪਤਾ ਕਿੱਦਾਂ ਲੱਗ ਸਕਦਾ? ਮੈਂ ਹਰ ਮੈਡੀਕਲ ਵਾਲੇ ਨੂੰ ਪੁੱਛ ਰਿਹਾ ਕਿੱਦਾਂ ਪਤਾ ਲੱਗੂਗਾ ਜੈਨਰਿਕ ਤੇ ਐਲੋਪੈਥਿਕ, ਪਤਾ ਕਿੱਦਾਂ ਲੱਗਣਾ? ਇਹ ਜੀ ਆਮ ਲੋਕਾਂ ਨੂੰ ਨਹੀਂ ਪਤਾ ਲੱਗਦਾ। ਜਿਹੜਾ ਬ੍ਰਾਂਡ ਪ੍ਰਮੋਸ਼ਨ ਦੇ ਵਿੱਚ ਹੈ ਉਹ ਐਥੀਕਲ ਕਹਿ ਦਿੰਦੇ ਨੇ, ਉਸ ਤੋਂ ਇਲਾਵਾ ਆਮ ਬੰਦੇ ਨੂੰ ਪਛਾਣਨਾ ਬਹੁਤ ਔਖਾ ਹੈ। ਤੁਸੀਂ ਦੇਖਿਆ ਕਿ ਅਸੀਂ ਆਮ ਦੁਕਾਨਦਾਰਾਂ ਨਾਲ ਵੀ ਗੱਲ ਕੀਤੀ, ਪ੍ਰਧਾਨ ਮੰਤਰੀ ਦਾ ਜਿਹੜਾ ਡ੍ਰੀਮ ਪ੍ਰੋਜੈਕਟ ਜਨਸ਼ੋਧੀ ਕੇਂਦਰ ਉੱਥੇ ਵੀ ਗੱਲ ਕੀਤੀ ਹੈ, ਲੇਕਿਨ ਜਿਹੜਾ ਆਪਾਂ ਦਾ ਇੱਕ ਸਵਾਲ ਸੀਗਾ ਐਥੀਕਲ ਤੇ ਜੈਨਰਿਕ ਨੂੰ ਪਛਾਣਨਾ ਕਿੱਦਾਂ ਪਛਾਣਿਆ ਜਾ ਸਕਦਾ, ਲੇਕਿਨ ਇਹਨਾਂ ਦਾ ਸਾਫ਼ ਕਹਿਣਾ ਸੀਗਾ ਇਹ ਆਮ ਲੋਕ ਨਹੀਂ ਪਛਾਣ ਸਕਦੇ ਨੇ। ਲੇਕਿਨ ਅਸੀਂ ਚਾਹੁੰਦੇ ਹਾਂ ਕਿ ਗਰਾਊਂਡ ਜ਼ੀਰੋ ਤੋਂ ਦਿਖਾਈਏ ਕਿ ਦਰਸ਼ਕਾਂ ਨੂੰ ਕਿ ਮਤਲਬ ਜਿਹੜੀ ਜੈਨਰਿਕ ਦਵਾਈ ਉਹਦੀ ਪਛਾਣ ਕੀ ਹੈ। ਲੇਕਿਨ ਹਜੇ ਤੱਕ ਕਿਸੇ ਵੀ ਮੈਡੀਕਲ ਸਟੋਰ ਵਾਲੇ ਸਾਨੂੰ ਪਛਾਣ ਨਹੀਂ ਦੱਸੀ, ਲੇਕਿਨ ਉਹਨਾਂ ਨੇ ਜ਼ਰੂਰ ਕਿਹਾ ਕਿ ਅਸੀਂ ਫਾਰਮੇਸੀ ਕੀਤੀ ਹੋਈ ਹੈ, ਸਾਨੂੰ ਇਹ ਦਵਾਈਆਂ ਦਾ ਬਾਰੇ ਜ਼ਿਆਦਾ ਨੌਲੇਜ ਹੈ, ਅਸੀਂ ਦੋਵੇਂ ਪਛਾਣ ਲੈਂਦੇ ਹਾਂ। ਲੇਕਿਨ ਸਾਡਾ ਇੱਕ ਸਵਾਲ ਹੈ, ਅਗਰ ਉਹਨਾਂ ਨੇ ਫਾਰਮੇਸੀ ਕੀਤੀ ਹੋਈ ਹੈ ਤੇ ਆਮ ਪਬਲਿਕ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਇੱਕ ਕਾਊਂਟਰ ਲਿਖਿਆ ਹੋਣਾ ਚਾਹੀਦਾ, ਕਾਊਂਟਰ ਤੇ ਹੋਣਾ ਚਾਹੀਦਾ ਕਿ ਇਹ ਜੈਨਰਿਕ ਦਵਾਈ ਇੱਥੇ ਅਵੇਲੇਬਲ ਹੈਗੀ ਹੈ ਤੇ ਲੋਕ ਉਸ ਹਿਸਾਬ ਦੇ ਨਾਲ ਲੈ ਸਕਦੇ ਨੇ, ਕਿਉਂਕਿ ਲੋਕ ਜਿਹੜੇ ਹੈਗੇ ਨੇ ਆਪਣਾ ਵੀ ਫਾਇਦਾ ਚੱਕ ਸਕਣ। ਲੁਧਿਆਣਾ ਤੋਂ ਦੀਪਕ ਦੇ ਨਾਲ ਮੈਂ ਵਿਸ਼ਾਲ ਕਪੂਰ, ਰੋਜ਼ਾਨਾ ਸਪੋਕਸਮੈਨ ਟੀਵੀ। ਪਿੱਛੇ 2 ਮੈਡੀਕਲ ਸਟੋਰਾਂ ਤੇ ਲੈ ਕੇ ਗਏ ਹਾਂ, ਉਸ ਤੋਂ ਬਾਅਦ ਅਸੀਂ ਪ੍ਰਧਾਨ ਮੰਤਰੀ ਦਾ ਜਿਹੜਾ ਡ੍ਰੀਮ ਪ੍ਰੋਜੈਕਟ ਸੀਗਾ, ਤੁਸੀਂ ਦੇਖ ਸਕਦੇ ਹੋ ਭਾਰਤੀ ਜਨਸ਼ੋਧੀ ਯੋਜਨਾ ਦੇ ਤਹਿਤ ਜਿਹੜਾ ਇੱਕ ਡਰੱਗ ਸਟੋਰ ਹੈਗਾ ਉੱਥੇ ਅਸੀਂ ਮੌਜੂਦ ਹੈਗੇ। ਗੱਲਬਾਤ ਵੀ ਕਰਦੇ ਹਾਂ, ਜਿਹੜੇ ਇਹਨਾਂ ਦੇ ਓਨਰ ਹੈਗੇ ਨੇ, ਗੱਲਬਾਤ ਕਰਾਂਗੇ ਆਪਾਂ। ਭਾਜੀ, ਇਹ ਪ੍ਰਧਾਨ ਮੰਤਰੀ ਦਾ ਕਿਹੜਾ ਡ੍ਰੀਮ ਪ੍ਰੋਜੈਕਟ ਹੈ ਜਿਹਦੇ ਤਹਿਤ ਇਹ ਦੁਕਾਨ ਜਿਹੜੀ ਸੀਗੀ ਖੋਲੀ ਗਈ ਸੀ? ਕਿਹੜਾ ਇੱਥੇ ਮਾਲ ਜਿਹੜਾ ਹੈਗਾ ਗੱਲ ਕੀਤੀ ਜਾਵੇ ਅਵੇਲੇਬਲ ਹੈਗਾ? ਸਭ ਤੋਂ ਪਹਿਲਾਂ ਰੋਜ਼ਾਨਾ ਸਪੋਕਸਮੈਨ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪ੍ਰੋਜੈਕਟ ਸ਼ੁਰੂ ਕੀਤਾ ਹੈ, ਕਿਉਂਕਿ ਅੱਜ ਜੋ ਗਰੀਬ ਇਲਾਜ ਪੱਖੋਂ ਮਰ ਰਿਹਾ, ਦਵਾਈਆਂ ਬਹੁਤ ਮਹਿੰਗੀਆਂ ਨੇ, ਠੀਕ ਹੈ, ਉਹ ਮਿਲ ਨਹੀਂ ਰਹੀਆਂ। ਉਹਨਾਂ ਨੇ ਬਹੁਤ ਘੱਟ ਰੇਟਾਂ ਤੇ ਇਹ ਦਵਾਈਆਂ ਲਾਂਚ ਕੀਤੀਆਂ ਨੇ ਔਰ ਹੁਣ ਮੈਜੋਰਟੀ ਦੇ ਵਿੱਚ ਦਵਾਈਆਂ ਸਾਡੇ ਕੋਲ ਸਾਰੀਆਂ ਅਵੇਲੇਬਲ ਨੇ। ਦੀ ਗੱਲ ਕੀਤਾ, ਮੈਂ ਸਾਨੂੰ ਦਿਖਾ ਸਕਦੇ ਹੋ ਪੈਰਾਸੀਟਾਮੋਲ ਦੀ ਗੱਲ ਕਰੀਏ, ਪੈਰਾਸੀਟਾਮੋਲ ਜੈਨਰਿਕ ਦੇ ਵਿੱਚ ਦੇਖਣਾ ਚਾਹਣਗੇ, ਤੁਹਾਡੇ ਕੋਲ ਐਲੋਪੈਥਿਕ ਤਾਂ ਨਹੀਂ ਹੁੰਦੀਆਂ ਨਾ ਮਤਲਬ ਦਵਾਈਆਂ? ਸਾਰੀਆਂ ਦਵਾਈਆਂ ਐਲੋਪੈਥੀ ਹੀ ਹੁੰਦੀਆਂ ਨੇ ਜੀ। ਪੈਰਾਸੀਟਾਮੋਲ ਦਾ ਪੱਤਾ ਸਿਰਫ 5 ਰੁਪਏ ਦਾ ਹੈ ਔਰ ਇਸ ਤੇ ਪ੍ਰਿੰਟ ਵੀ ਤੁਸੀਂ ਦੇਖ ਸਕਦੇ ਹੋ ਕਿ 5 ਰੁਪਏ ਹੀ ਹੈ। ਪ੍ਰਿੰਟ ਰੇਟ ਸੀਗਾ ਪਿਛਲੀ ਦੁਕਾਨ ਤੇ ਦਿਖਾਇਆ ਸੀ ਪੈਰਾਸੀਟਾਮੋਲ ਦਾ 13 ਰੁਪਏ ਤੋਂ 14 ਰੁਪਏ ਰੇਟ ਦਿਖਾਇਆ ਸੀਗਾ ਤੇ ਇੱਕ 9 ਰੁਪਏ ਦਾ ਜੈਨਰਿਕ ਦਿਖਾਇਆ ਸੀਗਾ। ਲੇਕਿਨ ਪ੍ਰਧਾਨ ਮੰਤਰੀ ਜਨਸ਼ੋਧੀ ਕੇਂਦਰ ਦੀ ਗੱਲ ਕਰਾਂ, ਰੇਟ ਜਿਹੜਾ ਹੈਗਾ ਇਹਦੇ 'ਚ 5 ਰੁਪਏ ਲਿਖਿਆ ਤੇ 5 ਰੁਪਏ ਦਾ ਹੀ ਸੇਲ ਕਰਦੇ ਹੋ? ਹਾਂਜੀ, 5 ਰੁਪਏ ਦਾ ਹੀ ਸੇਲ ਕਰਨਾ ਹੈ। ਕਈ ਜੈਨਰਿਕ ਮੈਡੀਸਨ ਬਾਜ਼ਾਰ ਦੇ ਵਿੱਚ ਤੁਸੀਂ ਦੇਖੀਆਂ ਹੋਣਗੀਆਂ ਜੇ ਤੁਸੀਂ ਆਲਰੇਡੀ ਮੈਡੀਕਲ ਤੇ ਜਾ ਕੇ ਆਏ ਹੋ, ਕਿ ਇੱਕ ਜਿਵੇਂ ਜਿੰਦੂ ਜੀ ਨੇ ਕਿਹਾ ਹੈ ਆਲਰੇਡੀ ਵੀ ਪ੍ਰਿੰਟ ਰੇਟ ਬਹੁਤ ਵੱਧ ਹੁੰਦਾ ਹੈ। ਉਹਦੇ 'ਚ ਕੀ ਹੁੰਦਾ ਹੈ, ਕਈ ਬਦਮਾਸ਼ੀ ਕਰ ਜਾਂਦੇ ਨੇ, ਜਿਵੇਂ ਕਿ ਚੀਜ਼ ਮੈਂ ਇੱਥੇ ਪ੍ਰਿੰਟ 25 ਰੁਪਏ ਹੋਵੇ, ਮੇਰੇ ਮਨ ਦੇ ਵਿੱਚ ਲਾਲਚ ਆ ਗਿਆ ਜਾਂ ਬੇਈਮਾਨੀ ਆ ਗਈ, ਮੈਂ ਕਿਸੇ ਨੂੰ 20 ਰੁਪਏ ਦਾ ਠੋਕ ਦਿੱਤਾ ਜੀ, ਠੀਕ ਹੈ। ਲੇਕਿਨ ਪ੍ਰਧਾਨ ਮੰਤਰੀ ਜੀ ਨੇ ਇਹ ਗੱਲ ਕਹੀ ਹੈ ਕਿ ਤੁਸੀਂ MRP ਹੀ ਘੱਟ ਰੱਖੇ ਹੋਏ ਨੇ, MRP ਤੇ ਹੀ ਵੇਚਣਾ, ਇਹਦੇ ਵਿੱਚ ਕੋਈ ਬਦਮਾਸ਼ੀ ਨਹੀਂ ਕਰ ਸਕਦਾ। ਜਿਥਰੋਮਾਈਸਿਨ ਦੀ ਗੱਲ ਕਰਾਂ ਉਹ ਹੈਗੀ ਅਵੇਲੇਬਲ? ਜਿਥਰੋਮਾਈਸਿਨ, ਹਾਂਜੀ। ਤੁਸੀਂ
ਤਸਵੀਰਾਂ ਜਿਹੜੀਆਂ ਹੈਗੀਆਂ ਮੈਂ ਤੁਹਾਨੂੰ ਦਿਖਾ ਰਿਹਾ ਵਾਂ, ਰੋਜ਼ਾਨਾ ਸਪੋਕਸਮੈਨ ਟੀਵੀ ਤੇ ਤੁਸੀਂ ਦੇਖ ਰਹੇ ਹੋ। ਇਹ ਤੇ ਜਿਥਰੋਮਾਈਸਿਨ ਤੇ ਰੇਟ ਜਿਹੜਾ ਲਿਖਿਆ ਹੈ, ਮੈਂ ਸਹਿਯੋਗੀ ਨੂੰ ਕਹੂੰਗਾ 42 ਰੁਪਏ ਪੜ ਸਕਦੇ ਨੇ, 42 ਰੁਪਏ ਰੇਟ ਹੈਗਾ ਭਾਜੀ। ਅਰੇ ਤੇ ਇਹ ਜਿਥਰੋਮਾਈਸਿਨ 250 ਵੀ ਹੈ, ਸਾਡੇ ਕੋਲ 40 ਰੁਪਏ ਦੀਆਂ 10 ਗੋਲੀਆਂ ਨੇ ਜਿਹੜੀਆਂ ਕਿਤੇ ਮਾਰਕੀਟ ਦੇ ਵਿੱਚ ਅਵੇਲੇਬਲ ਨਹੀਂ ਹੋਏਗੀਆਂ। ਅਗਰ ਆਪਾਂ ਗੱਲ ਕਰੀਏ, ਇਹਦੇ ਸਾਰੇ ਕੁਆਲਿਟੀ ਟੈਸਟ ਵਧੀਆ ਵੈਲ ਅਪਰੂਵਡ ਹੈ। ਉਸ ਤੋਂ ਇਲਾਵਾ ਇਹ ਬਿਊਰੋ ਫਾਰਮਾ ਆਫ ਇੰਡੀਆ ਤੋਂ ਅਪਰੂਵਡ ਨੇ ਪ੍ਰੋਡਕਟ, ਤੇ ਕੋਈ ਸੈਂਪਲ ਅੱਜ ਤੱਕ ਫੇਲ ਨਹੀਂ ਹੋਇਆ। ਈਵਨ ਕਿ ਤੁਸੀਂ ਮਾਰਕੀਟ ਦੇਖਦੇ ਹੋ, ਅਗਰ ਕੋਈ ਡਰਗ ਇੰਸਪੈਕਟਰ ਸੈਂਪਲ ਮਤਲਬ ਸੈਂਪਲ ਭਰਦੇ ਨੇ, ਸੈਂਪਲ ਬਹੁਤ ਦਵਾਈਆਂ ਦੇ ਫੇਲ ਵੀ ਹੋ ਜਾਂਦੇ ਨੇ, ਈਵਨ ਬ੍ਰਾਂਡਡ ਦਵਾਈਆਂ ਦੇ ਵੀ ਸੈਂਪਲ ਫੇਲ ਹੋ ਜਾਂਦੇ ਨੇ, ਪਰ ਆਪਣਾ ਕੋਈ ਸੈਂਪਲ ਫੇਲ ਨਹੀਂ ਹੋਇਆ। ਫੁੱਲ ਕੁਆਲਿਟੀ ਪ੍ਰੋਡਕਟ ਨੇ ਇਹ। ਨਹੀਂ ਹੁਣ ਜਿੱਦਾਂ ਦੇ ਤੇ 42 ਰੁਪਏ ਲਿਖਿਆ, 42 ਰੁਪਏ ਦੀ ਸਿਰਫ 3 ਗੋਲੀਆਂ। ਹਾਂਜੀ, ਇਹ ਮੋਲੀਕਿਊਲ ਹੀ ਮਹਿੰਗਾ, ਇਹ ਮੋਲੀਕਿਊਲ ਹੀ ਮਹਿੰਗਾ ਹੈ। ਇਹਦੀ ਅਗਰ ਤੁਸੀਂ ਨੈਟ ਤੇ ਸਰਚ ਕਰੋ ਜਿਥਰੋਮਾਈਸਿਨ, ਬ੍ਰਾਂਡ ਬੜੇ ਹੋਣਗੇ, ਜਿਥਰਾਲ ਆਏਗਾ, ਐਜੀ ਫਾਸਟ ਆਏਗਾ, ਉਹ 33 ਰੁਪਏ ਦੀ ਇੱਕ ਟੇਬਲੇਟ ਹੈ। ਜੇ ਅਸੀਂ 42 ਰੁਪਏ ਦੀਆਂ 3 ਗੋਲੀਆਂ ਦੇ ਰਹੇ ਹਾਂ। ਜੈਨਰਿਕ ਦੀ ਮੇਰੇ ਨਾਲ ਪਿੱਛੇ ਹੁਣ ਇੱਕ ਮੈਡੀਕਲ ਸਟੋਰ ਵਾਲੇ ਜੈਨਰਿਕ ਦੀ ਇੱਕ ਮੈਨੂੰ ਦਿਖਾਈ ਹੈ, ਸਿਪਲਾ ਕੰਪਨੀ ਜੈਨਰਿਕ ਚ ਦਿਖਾਈ ਸੀਗੀ, ਜਿਥਰੋਮਾਈਸਿਨ ਲਿੱਤੀ ਹੈ, ਉਹਦਾ ਰੇਟ ਜਿਹੜਾ ਸੀਗਾ, ਉਹਦਾ ਰੇਟ ਹੀ ਮਾਤਰ 13 ਰੁਪਏ ਸੀਗਾ। ਉਹ ਫਿਰ ਜਿਥਰੋਮਾਈਸਿਨ 500, ਕੋਈ 13 ਰੁਪਏ MRP ਦਾ ਪਤਾ ਹੈ ਹੀ ਨਹੀਂ ਕੋਈ ਮਾਰਕੀਟ ਦੇ ਵਿੱਚ, ਕੋਈ ਮਾਰਕੀਟ ਨਹੀਂ। अब मैं ਤੁਹਾਨੂੰ ਦਿਖਾ ਰਿਹਾ ਨਾ, ਆ ਦੇਖੋ ਜਿਥਰੋਮਾਈਸਿਨ 250 ਹੈ, 250 ਦਾ ਪਤਾ, 10 ਗੋਲੀਆਂ ਦਾ ਪਤਾ ਹੈ। ਵੈਸੇ ਨੋਰਮਲ 6 ਗੋਲੀਆਂ ਦਾ ਪਤਾ ਹੁੰਦਾ, ਆਪਣਾ 10 ਗੋਲੀਆਂ ਦਾ ਪਤਾ, 40 ਰੁਪਏ MRP ਹੈ। ਆ ਦਰਸ਼ਕਾਂ ਨੂੰ ਦਿਖਾ ਸਕਦਾ। ਜਨ ਔਸ਼ਧੀ ਦੀਆਂ ਦਵਾਈਆਂ ਆਲਰੇਡੀ ਬਹੁਤ ਕਾਫੀ ਟਾਈਮ ਤੋਂ ਚੱਲ ਰਹੀਆਂ ਨੇ, 2-2.5 ਸਾਲ ਤੋਂ ਇਹ ਪ੍ਰੋਜੈਕਟ ਚੱਲ ਰਿਹਾ, ਔਰ ਮਿਨੀਮਮ ਜਿਹੜੀਆਂ ਰਿਕੁਆਇਰਮੈਂਟ ਬੇਸਿਕ ਰਿਕੁਆਇਰਮੈਂਟਸ ਨੇ ਉਹ ਤਾਂ ਸਾਰੀਆਂ ਮੈਡੀਸਨ ਅਵੇਲੇਬਲ ਹੈ। ਉਸ ਤੋਂ ਇਲਾਵਾ ਵੈਰੀ ਸੂਨ ਬਹੁਤ ਜ਼ਿਆਦਾ ਕੈਂਸਰ ਜਾਂ ਰੀਨਲ ਪ੍ਰੋਡਕਟ ਜਾਂ ਲੀਵਰ ਦੇ ਬਹੁਤ ਜ਼ਿਆਦਾ ਸਾਰੇ ਪ੍ਰੋਡਕਟ ਉਹ ਵੀ ਆ ਜਾਣਗੇ ਸਾਰੇ। ਨਹੀਂ ਹੁਣ ਗੱਲ ਕੀਤੀ ਜਾਵੇ, ਜਿੱਦਾਂ ਹੁਣ ਜਿਹੜੇ ਜੈਨਰਿਕ ਦੇ ਵਿੱਚ ਫਰਕ ਦੇਖਦੇ ਨੇ, ਲੋਕਾਂ ਨੂੰ ਨਹੀਂ ਪਤਾ। ਜਿੰਦੂ ਜੀ ਵੱਲੋਂ, ਬਲਵਿੰਦਰ ਸਿੰਘ ਜਿੰਦੂ ਜੀ ਵੱਲੋਂ ਇੱਕ ਉਪਰਾਲਾ ਕੀਤਾ ਗਿਆ, ਗੁਰੂ ਨਾਨਕ ਮੋਦੀ ਖਾਨਾ ਖੋਲ੍ਹਿਆ ਗਿਆ। ਉਸ ਤੋਂ ਬਾਅਦ ਲੋਕ ਜਿਹੜੇ ਨੇ ਅਵੇਅਰਨੈਸ ਹੋਣੇ ਸ਼ੁਰੂ ਹੋ ਗਏ ਨੇ। ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਲੋਕ ਹੈਗੇ ਨੇ, ਸੂਬੇ ਦੇ ਗੱਲ ਕਰਾਂ, ਸੂਬੇ ਦੀ ਤਾਂ ਭਾਰਤ ਦੀ ਪੂਰੀ ਦੀ ਗੱਲ ਕਰਾਂ, ਲੋਕ ਜੈਨਰਿਕ ਤੇ ਇੱਥੋਂ ਬੈਠ ਕੇ ਫਰਕ ਕਿੱਦਾਂ ਪਾ ਸਕਦੇ ਨੇ ਯਾਰ? ਇਹ ਲੋਕਾਂ ਨੇ ਜੀ ਹੁਣ ਅਵੇਅਰਨੈਸ ਮਿਲੀ ਹੈ। ਜਿਹੜਾ ਜਿੰਦੂ ਜੀ ਨੇ ਉਪਰਾਲਾ ਕੀਤਾ ਬਹੁਤ ਵਧੀਆ ਕੀਤਾ ਸੀ, ਬਟ ਆਲਰੇਡੀ ਪ੍ਰਧਾਨ ਮੰਤਰੀ ਮੋਦੀ ਜੀ ਨੇ ਵੀ ਕਿਹਾ ਕਿ ਸੇਮ ਸਾਲਟ ਹੁੰਦੇ ਨੇ, 42,000 ਕਰੋੜ ਦੀਆਂ ਦਵਾਈਆਂ ਇੰਡੀਆ ਦੇ ਵਿੱਚੋਂ ਅਸੀਂ ਬਾਹਰਲੇ ਦੇਸ਼ ਨੂੰ ਐਕਸਪੋਰਟ ਕਰਦੇ ਹਾਂ, ਤੇ ਫਿਰ ਆਪਣੇ ਲੋਕ ਇੱਕ ਕਿਉਂ ਨਹੀਂ ਯੂਜ਼ ਕਰਦੇ। ਮੈਂ ਤਾਂ ਹਰੇਕ ਲੋਕਾਂ ਨੂੰ ਗੁਜ਼ਾਰਿਸ਼ ਕਰਦਾ ਕਿ ਵੱਧ ਤੋਂ ਵੱਧ ਇਹੀ ਮੈਡੀਸਨ ਯੂਜ਼ ਕਰੋ, ਤਾਂ ਕਿ ਤੁਹਾਨੂੰ ਸਸਤੇ ਰੇਟਾਂ ਤੇ ਮਿਲਦੀਆਂ ਨੇ ਜਿਹੜੀਆਂ। ਨਹੀਂ ਜਿੱਦਾਂ ਆਪਾਂ ਜਨਸ਼ੋਧੀ ਕੇਂਦਰ 'ਚ ਹਿਮਾਲਿਆ ਦੀ ਬ੍ਰਾਂਡ ਰੱਖ ਸਕਦੇ ਹਾਂ ਆਪਾਂ, ਇਹ ਭਾਰਤੀ ਜਨਸ਼ੋਧੀ ਦੇ ਹਿਸਾਬ ਦੇ ਨਾਲ ਹੀ ਹੁੰਦਾ ਆ ਵੀ? ਇਹ ਨਹੀਂ, ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੀ ਐਡ ਆਉਂਦੀ ਹੈ ਜੀ। ਜਿਹੜੀ ਚੀਜ਼ ਦੀ ਐਡ ਆਉਂਦੀ ਹੈ, ਤੁਹਾਨੂੰ ਪਤਾ ਹੈ ਹੁਣ ਐਥੀਕਲ ਪ੍ਰੋਡਕਟ ਕਿਉਂ ਬਣਦਾ? ਐਥੀਕਲ ਪ੍ਰੋਡਕਟ ਇਹੀ ਬਣਦਾ ਕਿ ਚੀਜ਼ ਇਹੀ ਹੁੰਦੀ ਹੈ, ਉਹ ਤੇ MID ਦਾ ਰਿਪਰੈਜ਼ੈਂਟੇਟਿਵ ਰੱਖਿਆ ਜਾਂਦਾ ਹੈ। ਮੈਂ ਕਿਹਾ ਭਾਰਤੀ ਜਨਸ਼ੋਧੀ 'ਚ ਜਿੱਦਾਂ ਇਹਨੂੰ ਅਪਰੂਵਲ ਹੈਗੀ ਰੱਖਣ ਦੀ, ਕਿ ਉਹਨਾਂ ਦੇ ਆਪਣੇ ਇੱਕ ਕਿਹਾ ਜਾਂਦਾ ਕਿ ਜਨਸ਼ੋਧੀ ਦੇ ਆਪਣੇ ਇੱਕ ਬ੍ਰਾਂਡਸ ਹੈਗੇ ਨੇ, ਉਹੀ ਰੱਖਣ ਦੀ ਅਪਰੂਵਲ ਹੁੰਦੀ ਆ? ਨਹੀਂ, ਇਹ ਜਿਹੜੀਆਂ ਨੇ ਇਹ ਆਯੁਰਵੈਦਿਕ ਮੈਡੀਸਨ ਨੇ, ਸਾਨੂੰ ਆਯੁਰਵੈਦਿਕ ਹੋਮਿਓਪੈਥੀ ਮੈਡੀਸਨ ਰੱਖਣ ਦੀ ਪੂਰੀ ਅਪਰੂਵਲ ਹੈ। ਔਰ ਕੋਸਮੈਟਿਕ ਜਾਂ ਜਿਹੜੀਆਂ ਟੀਵੀ ਦੀ ਐਡ ਆਉਂਦੀਆਂ ਨੇ ਰਣੀਕੈਡਮਾ, ਉਹ OTC ਪ੍ਰੋਡਕਟ ਉਹ ਵੀ ਰੱਖਣ ਦੀ ਪੂਰੀ ਪਰਮਿਸ਼ਨ ਹੈ। ਨਹੀਂ ਹੁਣ ਲੋਕ ਕਿੱਦਾਂ ਜਾਣ ਸਕਦੇ ਨੇ? ਮੈਨੂੰ ਛੋਟਾ ਸਵਾਲ ਆ ਮੇਰਾ। ਪਿੱਛੇ ਤਾਂ ਮੈਂ ਪੁੱਛਿਆ ਸੀਗਾ, ਕਹਿੰਦੇ ਅਸੀਂ ਵੀ ਫਾਰਮੇਸੀ ਕੀਤੀ ਹੋਈ ਹੈ, ਸਾਨੂੰ ਪਤਾ ਜੈਨਰਿਕ ਤੇ ਐਲੋਪੈਥਿਕ ਸਾਨੂੰ ਪਤਾ, ਅਸੀਂ ਪਛਾਣ ਸਕਦੇ ਹਾਂ। ਲੇਕਿਨ ਜਿੱਦਾਂ ਹੁਣ ਭਾਈ ਸਾਹਿਬ ਦਵਾਈ ਲੈਣ ਆਏ ਨੇ, ਇਹਨਾਂ ਨੇ ਜੈਨਰਿਕ ਮੰਗਣੀ ਹੈ, ਇਹਨਾਂ ਨੂੰ ਨਹੀਂ ਪਤਾ ਉੱਤੇ ਰੇਟ ਜ਼ਿਆਦਾ ਵਾ। ਹੁਣ ਤੁਸੀਂ ਜਿੱਦਾਂ ਗੱਲ ਕੀਤੀ ਹੈ, ਕਈ ਜਿਹੜੇ ਹੈਗੇ 5-7 ਬੰਦੇ ਜਿਹੜੇ ਹੈਗੇ ਰੇਟ ਜ਼ਿਆਦਾ ਲਾ ਦਿੰਦੇ ਨੇ ਜੈਨਰਿਕ ਦੇ ਵਿੱਚ, ਜਿੱਦਾਂ ਤੁਸੀਂ ਗੱਲ ਕਰ ਰਹੇ ਹੋ, ਕਿ ਉਹ ਆਹ ਭਾਈ ਸਾਹਿਬ ਕਿੱਦਾਂ ਪਛਾਣਨਗੇ ਕਿ ਇਹ ਜੈਨਰਿਕ ਦਵਾਈ ਹੈ? ਇਹਦਾ ਕੀ ਪਛਾਣ ਕੀ ਹੋ ਸਕਦੀ ਹੈ? ਜਿਹੜੇ ਜਨ ਔਸ਼ਧੀ ਕੇਂਦਰ ਤੇ ਤੁਸੀਂ ਮਰਜ਼ੀ ਚਲੇ ਜਾਓ, ਤੁਹਾਨੂੰ ਜੈਨਰਿਕ ਮੈਡੀਸਨ ਹੀ ਮਿਲਣੀ ਹੈ, ਔਰ ਉਸ ਤੇ MRP ਹੀ ਘੱਟ ਲਿਖਿਆ ਹੋਣਾ ਹੈ। ਕੋਈ ਬਦਮਾਸ਼ੀ ਕਰ ਹੀ ਨਹੀਂ ਸਕਦਾ। ਮੈਂ ਇਸ ਜਨਸ਼ੋਧੀ ਕੇਂਦਰ ਦੀ ਗੱਲ ਨਹੀਂ ਕਰ ਰਿਹਾ, ਮੈਂ ਜਿੱਦਾਂ ਬਾਕੀ ਰਿਟੇਲਰਾਂ ਦੀ ਗੱਲ ਕਰ ਰਿਹਾ, ਉੱਥੇ ਕਿੱਦਾਂ ਪਛਾਣਿਆ ਜਾਵੇਗਾ? ਉੱਥੇ ਜੀ ਪਛਾਣ, ਆਮ ਬੰਦੇ ਨੂੰ ਪਛਾਣਨਾ ਬਹੁਤ ਔਖਾ ਹੈ, ਆਮ ਬੰਦੇ ਨੂੰ ਨਹੀਂ। ਤੁਸੀਂ ਅੱਜ ਤੋਂ ਰਿਪੋਰਟਿੰਗ ਕਰਦੇ ਹੋ, ਮੈਂ ਤੁਹਾਨੂੰ ਸਵਾਲ ਪੁੱਛਦਾ ਵੀ ਤੁਹਾਨੂੰ ਤੁਸੀਂ ਪਤਾ ਹਫਤਾ ਤੋਂ ਪਹਿਲਾਂ ਤੁਹਾਨੂੰ ਪਤਾ ਸੀ ਕਿ ਤੁਸੀਂ ਜਰਨਲ ਮੈਡੀਸਨ ਲੈ ਰਹੇ ਹੋ? ਘਰ ਦੇ ਵਿੱਚ ਤੁਸੀਂ ਵੀ ਦਵਾਈ ਲੈਂਦੇ ਹੋਗੇ ਮੈਡੀਕਲਾਂ ਤੋਂ, ਤੁਹਾਨੂੰ ਅੱਜ ਤੱਕ ਕਿਸੇ ਨੇ ਦੱਸਿਆ ਕਿ ਇਹ ਜਰਨਲ ਹੈ ਜਾਂ ਇਹ ਬ੍ਰਾਂਡਡ ਹੈ? ਤੁਸੀਂ ਲੈ ਰਹੇ ਹੋ? ਨਹੀਂ ਮੈਨੂੰ ਤਾਂ ਨੌਲੇਜ ਹੈਗੀ, ਮੈਨੂੰ ਤਾਂ 2 ਸਾਲ ਤੋਂ ਪਤਾ ਕਿ ਜੈਨਰਿਕ ਤੇ ਐਲੋਪੈਥਿਕ ਵਿੱਚ ਮੈਨੂੰ ਫਰਕ ਪਤਾ ਸੀਗਾ, ਲੇਕਿਨ ਲੋਕ ਅਵੇਅਰਨੈਸ ਨਹੀਂ ਸੀਗੇ। ਸਾਡਾ ਮਕਸਦ ਹੈ ਲੋਕਾਂ ਨੂੰ ਅਵੇਅਰਨੈਸ ਕਰਾਉਣਾ। ਬਿਲਕੁਲ ਬਿਲਕੁਲ, ਤੁਸੀਂ ਬਹੁਤ ਵਧੀਆ ਇਹ ਜਿਹੜਾ ਤੁਸੀਂ ਵੀ ਕਰ ਰਹੇ ਹੋ, ਮੈਂ ਤੁਹਾਡੀ ਵੀ ਅਪਰੀਸ਼ੀਏਸ਼ਨ ਕਰਦਾ ਵੀ ਜੋ ਤੁਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਹੋ। ਹਰੇਕ ਲੋਕ ਨੂੰ ਅਵੇਅਰ ਹੋਣਾ ਚਾਹੀਦਾ, ਪਤਾ ਹੋਣਾ ਚਾਹੀਦਾ ਵੀ ਜੈਨਰਿਕ ਕਿਹੜੀ ਹੈ, ਐਥੀਕਲ ਕਿਹੜੀ ਹੈ। ਸਾਡੇ ਕੋਲ ਸਾਰੀਆਂ ਜੈਨਰਿਕ ਨੇ, ਔਰ ਜੈਨਰਿਕ ਔਰ ਐਥੀਕਲ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ, ਸਿਰਫ ਪ੍ਰਮੋਸ਼ਨ ਦਾ ਫਰਕ ਹੁੰਦਾ, ਉਹਦੇ ਖਰਚੇ ਪੈਂਦੇ ਨੇ। ਇਹਦੇ ਵਿੱਚ ਇੰਨੇ ਜ਼ਿਆਦਾ ਖਰਚੇ ਨਹੀਂ ਹੁੰਦਾ, ਤਾਂ ਕਰਕੇ ਪੇਸ਼ੈਂਟ ਨੂੰ ਸਸਤੀ ਮਿਲਦੀ ਹੈ। ਵੱਡੇ ਭਾਜੀ ਇੱਕ ਸਵਾਲ ਮੇਰਾ ਦੁਬਾਰਾ ਰਿਪੀਟਡ ਹੀ ਹੈ, ਪਤਾ ਕਿੱਦਾਂ ਲੱਗ ਸਕਦਾ? ਮੈਂ ਹਰ ਮੈਡੀਕਲ ਵਾਲੇ ਨੂੰ ਪੁੱਛ ਰਿਹਾ ਕਿੱਦਾਂ ਪਤਾ ਲੱਗੂਗਾ ਜੈਨਰਿਕ ਤੇ ਐਲੋਪੈਥਿਕ, ਪਤਾ ਕਿੱਦਾਂ ਲੱਗਣਾ? ਇਹ ਜੀ ਆਮ ਲੋਕਾਂ ਨੂੰ ਨਹੀਂ ਪਤਾ ਲੱਗਦਾ। ਜਿਹੜਾ ਬ੍ਰਾਂਡ ਪ੍ਰਮੋਸ਼ਨ ਦੇ ਵਿੱਚ ਹੈ ਉਹ ਐਥੀਕਲ ਕਹਿ ਦਿੰਦੇ ਨੇ। ਉਸ ਤੋਂ ਇਲਾਵਾ ਆਮ ਬੰਦੇ ਨੂੰ ਪਛਾਣਨਾ ਬਹੁਤ ਔਖਾ ਹੈ।
ਦੇਖਿਆ ਕਿ ਅਸੀਂ ਆਮ ਦੁਕਾਨਦਾਰਾਂ ਨਾਲ ਵੀ ਗੱਲ ਕੀਤੀ, ਪ੍ਰਧਾਨ ਮੰਤਰੀ ਦਾ ਜਿਹੜਾ ਡ੍ਰੀਮ ਪ੍ਰੋਜੈਕਟ ਜਨ ਔਸ਼ਧੀ ਕੇਂਦਰ ਉੱਥੇ ਵੀ ਗੱਲ ਕੀਤੀ ਹੈ, ਲੇਕਿਨ ਜਿਹੜਾ ਆਪਾਂ ਦਾ ਇੱਕ ਸਵਾਲ ਸੀਗਾ ਐਥੀਕਲ ਤੇ ਜੈਨਰਿਕ ਨੂੰ ਪਛਾਣਨਾ ਕਿੱਦਾਂ ਪਛਾਣਿਆ ਜਾ ਸਕਦਾ ਹੈ, ਲੇਕਿਨ ਇਹਨਾਂ ਦਾ ਸਾਫ਼ ਕਹਿਣਾ ਸੀਗਾ ਇਹ ਆਮ ਲੋਕ ਨਹੀਂ ਪਛਾਣ ਸਕਦੇ ਨੇ। ਲੇਕਿਨ ਅਸੀਂ ਚਾਹੁੰਦੇ ਹਾਂ ਕਿ ਗਰਾਊਂਡ ਜ਼ੀਰੋ ਤੋਂ ਦਿਖਾਈਏ ਕਿ ਦਰਸ਼ਕਾਂ ਨੂੰ ਕਿ ਮਤਲਬ ਜਿਹੜੀ ਜੈਨਰਿਕ ਦਵਾਈ ਉਹਦੀ ਪਛਾਣ ਕੀ ਹੈ, ਲੇਕਿਨ ਹਜੇ ਤੱਕ ਕਿਸੇ ਵੀ ਮੈਡੀਕਲ ਸਟੋਰ ਵਾਲੇ ਸਾਨੂੰ ਪਛਾਣ ਨਹੀਂ ਦੱਸੀ। ਲੇਕਿਨ ਉਹਨਾਂ ਨੇ ਆ ਜ਼ਰੂਰ ਕਿਹਾ ਕਿ ਅਸੀਂ ਫਾਰਮੇਸੀ ਕੀਤੀ ਹੋਈ ਹੈ, ਸਾਨੂੰ ਇਹ ਦਵਾਈਆਂ ਦਾ ਬਾਰੇ ਜ਼ਿਆਦਾ ਨੌਲੇਜ ਹੈ, ਅਸੀਂ ਦੋਵੇਂ ਪਛਾਣ ਲੈਂਦੇ ਹਾਂ। ਲੇਕਿਨ ਸਾਡਾ ਇੱਕ ਸਵਾਲ ਹੈ, ਅਗਰ ਉਹਨਾਂ ਨੇ ਫਾਰਮੇਸੀ ਕੀਤੀ ਹੋਈ ਹੈ ਤੇ ਆਮ ਪਬਲਿਕ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਇੱਕ ਕਾਊਂਟਰ ਲਿਖਿਆ ਹੋਣਾ ਚਾਹੀਦਾ, ਕਾਊਂਟਰ ਤੇ ਹੋਣਾ ਚਾਹੀਦਾ ਕਿ ਇਹ ਜੈਨਰਿਕ ਦਵਾਈ ਇੱਥੇ ਅਵੇਲੇਬਲ ਹੈਗੀ ਹੈ ਤੇ ਲੋਕ ਉਸ ਹਿਸਾਬ ਦੇ ਨਾਲ ਲੈ ਸਕਦੇ ਨੇ, ਕਿਉਂਕਿ ਲੋਕ ਜਿਹੜੇ ਹੈਗੇ ਨੇ ਆਪਣਾ ਵੀ ਫਾਇਦਾ ਚੱਕ ਸਕਣ। ਲੁਧਿਆਣਾ ਤੋਂ ਦੀਪਕ ਦੇ ਨਾਲ ਮੈਂ ਵਿਸ਼ਾਲ ਕਪੂਰ, ਰੋਜ਼ਾਨਾ ਸਪੋਕਸਮੈਨ ਟੀਵੀ।